ਅਧਿਆਇ ਦੂਜਾ ਤਤਕਾਲੀ ਸਮਾਜੀ ਤੇ ਰਾਜਸੀ ਹਾਲਤਾਂ। ਹਿੰਦੂ ਤੇ ਸਿੱਖ ਜਾਗਰਤੀ ਦਾ ਆਪਣਾ ਆਪਣਾ ਖਾਸਾ। ਭਾਈ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਤੇ ਉਸ ਦੇ ਇਤਿਹਾਸਿਕ ਰੋਲ ਨੂੰ ਸਮਝਣ ਲਈ ਅਸੀਂ ਹੁਣ ਤੀਜੇ ਪੱਖ ਅਰਥਾਤ ਤਤਕਾਲੀ ਸਮਾਜੀ ਤੇ ਰਾਜਸੀ ਮਾਹੌਲ ਬਾਰੇ ਚਰਚਾ ਕਰਦੇ ਹਾਂ। ਇਸ ਤੋਂ ਬੰਗਾਲ ਅੰਦਰ ਆਈ ਸਿਆਸੀ ਜਾਗਰਤੀ ਦਾ ਸਿਧਾਂਤਕ ਖਾਸਾ ਅਤੇ ਜਮਾਤੀ ਤੱਤ ਆਪਣੇ ਆਪ ਸਪਸ਼ਟ ਹੋ ਜਾਵੇਗਾ। ਇਸ ਦੇ ਵਾਸਤੇ ਥੋੜ੍ਹਾ ਪਿਛੋਕੜ ਵਿੱਚ ਜਾਣਾ ਪਵੇਗਾ। ਭਾਰਤ ਅੰਦਰ ਰਾਸ਼ਟਰਵਾਦ ਦੇ ਵਰਤਾਰੇ ਨੂੰ ਇਤਿਹਾਸਬੱਧ ਕਰਨਾ ਪਵੇਗਾ। ਅਜਿਹਾ ਕਰਨ ਲਈ ਇਸ ਦੇ ਮੂਲ ਰਾਸ਼ਟਰਵਾਦ ਦੀ ਧਾਰਾ ਦੀ ਗੰਗੋਤਰੀ ਦੀ ਪਛਾਣ ਤੇ ਨਿਸ਼ਾਨਦੇਹੀ ਕਰਨੀ ਪਵੇਗੀ। ਵੈਸੇ ਤਾਂ ਇਹ ਵਿਸ਼ਾ ਆਪਣੇ ਆਪ ਵਿੱਚ ਇੱਕ ਵੱਖਰੀ ਤੇ ਵਿਸ਼ੇਸ਼ ਕਿਤਾਬ ਲਿਖੇ ਜਾਣ ਦੀ ਮੰਗ ਕਰਦਾ ਹੈ, ਪਰ ਇਸ ਵੱਡੇ ਕਾਰਜ ਨੂੰ ਭਵਿੱਖ ਅੰਦਰ ਕਿਸੇ ਢੁਕਵੇਂ ਮੌਕੇ ਲਈ ਛੱਡਦੇ ਹੋਏ ਇੱਥੇ ਅਸੀਂ ਭਾਰਤ ਅੰਦਰ ਰਾਸ਼ਟਰਵਾਦ ਦੇ ਜਨਮ ਦੇ ਵਿਕਾਸ ਦੀ ਕਿਰਿਆ, ਇਸ ਦੇ ਸਿਧਾਂਤਕ ਧਾਰ ਅਤੇ ਇਸ ਦੀਆਂ ਅਗਵਾਈ ਤਾਕਤਾਂ ਦੀ ਪੁਸ਼ਤੈਨੀ ਚਰਿੱਤਰ ਨੂੰ ਸਮਝਣ ਲਈ ਇਸ ਵਰਤਾਰੇ ਉੱਤੇ ਉੱਡਦੀ ਨਜ਼ਰ ਮਾਰਦੇ ਹਾਂ। ਬਸਤੀਵਾਦ ਰਾਜ ਮੁਸਲਮਾਨਾਂ ਲਈ ਆਫਤ, ਹਿੰਦੂਆਂ ਲਈ ਰਾਹਤ। ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਨੇ 1757 ਈਸਵੀ ਵਿੱਚ ਪਲਾਸੀ ਦੇ ਸਥਾਨ ਤੇ ਨਵਾਬ ਸਿਰਾਜ ਉਦ ਦੌਲਾ ਦੀਆਂ ਫੌਜਾਂ ਨੂੰ ਹਰਾ ਕੇ ਬੰਗਾਲ ਉੱਤੇ ਪੂਰਨ ਕਬਜ਼ਾ ਕਰ ਲਿਆ ਸੀ। ਇਸ ਦੇ ਨਾਲ ਹੀ ਭਾਰਤ ਅੰਦਰ ਬਸਤੀਵਾਦੀ ਰਾਜ ਦੀ ਨੀਂਹ ਟਿਕ ਗਈ ਸੀ। ਥੋੜ੍ਹੇ ਹੀ ਸਮੇਂ ਅੰਦਰ ਭਾਰਤ ਦਾ ਸਮੁੱਚਾ ਤਟਵਰਤੀ ਖੇਤਰ ਬਸਤੀਵਾਦੀ ਗਲਵੇ ਹੇਠ ਆ ਗਿਆ ਸੀ। ਇਸ ਉਪਰੰਤ ਈਸਟ ਇੰਡੀਆ ਕੰਪਨੀ ਨੇ ਆਪਣੇ ਪੇਕੀ ਬਰਤਾਨਵੀ ਹਕੂਮਤ ਤੇ ਭਾਰਤ ਅੰਦਰਲੇ ਸਥਾਨਕ ਸਹਿਯੋਗੀਆਂ ਦੀ ਮਦਦ ਨਾਲ ਇੱਕ ਖਾਸੇ ਬਸਤੀਵਾਦੀ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਤੇ ਦੂਜੇ ਪਾਸੇ ਰਾਜ ਦਾ ਲਗਾਤਾਰ ਵਿਸਥਾਰ ਕਰਨ ਦੀ ਯੁੱਧ ਨੀਤਕ ਮਾਰਗ ਸੇਧ ਅਪਣਾ ਲਈ। ਜੇਤੂ ਧਿਰ ਤੋਂ ਹੁਕਮਰਾਨ ਧਿਰ ਵਿੱਚ ਤਬਦੀਲ ਹੋ ਜਾਣ ਉਪਰੰਤ ਬਸਤੀਵਾਦੀ ਹਾਕਮਾਂ ਸਾਹਮਣੇ ਦੋ ਤਤਕਾਲੀ ਲੋੜਾਂ ਖੜੀਆਂ ਹੋ ਗਈਆਂ ਸਨ। ਇੱਕ ਸਥਾਨਕ ਸਮਾਜੀ ਤਾਣਾਬਾਣਾ, ਆਰਥਿਕ ਪ੍ਰਣਾਲੀਆਂ, ਧਾਰਮਿਕ ਪਰੰਪਰਾਵਾਂ, ਸੱਭਿਆਚਾਰਕ ਰਵਾਇਤਾਂ ਤੇ ਰਸਮੋ ਰਿਵਾਜਾਂ ਆਦਿ ਨੂੰ ਜਾਣਨਾ ਸਮਝਣਾ। ਦੂਜਾ ਰਾਜ ਪ੍ਰਬੰਧਨ ਨੂੰ ਬਿਹਤਰ ਤੇ ਅਸਰਦਾਰ ਤਰੀਕੇ ਨਾਲ ਚਲਾਉਣ ਲਈ ਸਵਦੇਸ਼ੀ ਅਮਲਾ ਫਲਾ ਤਿਆਰ ਕਰਨਾ। ਇਹਨਾਂ ਦੋਨੇ ਲੋੜਾਂ ਦੀ ਪੂਰਤੀ ਵਾਸਤੇ ਭਾਰਤ ਅੰਦਰ ਵਿਦਿਅਕ ਅਦਾਰੇ ਸਥਾਪਿਤ ਕਰਨੇ ਜ਼ਰੂਰੀ ਲੋੜ ਬਣ ਗਈ ਸੀ। ਬਸਤੀਆਨਾ ਵਪਾਰਕ ਦੇ ਰਾਜਸੀ ਸਰਗਰਮੀਆਂ ਮੁੱਖ ਤੌਰ ਤੇ ਵੱਡੇ ਤਟਵਰਤੀ ਸ਼ਹਿਰਾਂ ਕਲਕੱਤਾ, ਮਦਰਾਸ, ਬੰਬਈ ਆਦਿ ਵਿੱਚ ਕੇਂਦਰਿਤ ਹੋਣ ਦੀ ਵਜ੍ਹਾ ਕਰਕੇ ਇਹ ਸ਼ਹਿਰ ਹੀ ਬੌਧਿਕ ਤੇ ਸਾਹਿਤਕ ਸਰਗਰਮੀਆਂ ਦੇ ਮੁੱਢਲੇ ਕੇਂਦਰ ਬਣੇ। 1784 ਈਸਵੀ ਵਿੱਚ ਕਲਕੱਤਾ ਵਿਖੇ ਪੂਰਬੀ ਖੋਜ ਦੇ ਮਨੋਰਥ ਨੂੰ ਮੁੱਖ ਰੱਖਦੇ ਹੋਏ ਏਸ਼ੀਆਟਿਕ ਸੁਸਾਇਟੀ ਨਾਂ ਦੀ ਬੌਧਿਕ ਸਾਹਿਤਕ ਸੰਸਥਾ ਹੋਂਦ ਵਿੱਚ ਆ ਗਈ ਸੀ। ਇਸ ਤੋਂ 20 ਸਾਲਾਂ ਬਾਅਦ 1804 ਈਸਵੀ ਵਿੱਚ ਲਿਟਰੇਰੀ ਸੁਸਾਇਟੀ ਆਫ ਬੰਬੇ ਦੇ ਨਾਂ ਹੇਠ ਬੰਬਈ ਵਿੱਚ ਹੀ ਅਜਿਹੀ ਹੀ ਸੰਸਥਾ ਸਥਾਪਿਤ ਕੀਤੀ ਗਈ। ਇਹਨਾਂ ਸੰਸਥਾਵਾਂ ਦੀਆਂ ਤੰਦਾਂ ਯੂਰਪ ਨਾਲ ਜੁੜੀਆਂ ਹੋਈਆਂ ਸਨ, ਜਿੱਥੇ ਪੂਰਬੀ ਖੋਜ ਦੇ ਅਧਿਐਨ ਦਾ ਸ਼ੌਂਕ ਪੂਰੇ ਜੋਬਨ ਉੱਤੇ ਸੀ। ਭਾਰਤ ਅੰਦਰ ਬਸਤੀਵਾਦ ਰਾਜ ਦੀ ਸਥਾਪਨਾ ਨੇ ਪੱਛਮੀ ਯੂਰਪ ਦੇ ਬੌਧਿਕ ਹਲਕਿਆਂ ਅੰਦਰ ਪੂਰਬੀ ਅਧਿਐਨ ਦੀ ਜਿਗਿਆਸਾ ਵਧਾ ਦਿੱਤੀ ਸੀ ਅਤੇ ਮਕਸਦ ਲਈ ਪੱਛਮੀ ਦੇਸ਼ਾਂ ਅੰਦਰ ਕਈ ਉਚੇਰੀਆਂ ਸੰਭਾਵਨਾਵਾਂ ਜਾਂ ਸੁਸਾਇਟੀਆਂ ਹੋਂਦ ਵਿੱਚ ਆ ਗਈਆਂ ਸਨ। ਕਲਕੱਤਾ ਤੇ ਬੰਬਈ ਦੀਆਂ ਉੱਪਰ ਬਿਆਨੀਆਂ ਸੁਸਾਇਟੀਆਂ ਯੂਰਪ ਸੰਸਥਾਵਾਂ ਦੀਆਂ ਹੀ ਸ਼ਾਖਾਵਾਂ ਸਨ। ਅੰਗਰੇਜ਼ਾਂ ਦੀ ਆਮਦ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਦੀ ਰਾਜਸੀ ਤੇ ਪ੍ਰਬੰਧਕੀ ਦਸ਼ਾ ਬਹੁਤ ਅਲੱਗ ਕਿਸਮ ਦੀ ਸੀ। ਸਮੁੱਚਾ ਉਪ ਮਹਾਂਦੀਪ ਅਨੇਕਾਂ ਛੋਟੀਆਂ ਵੱਡੀਆਂ ਸੁਤੰਤਰ ਅਤੇ ਆਪਸੀ ਝਗੜਿਆਂ ਕਲੇਸ਼ਾਂ ਵਿੱਚ ਉਲਝਿਆ ਜਾਂਗੀਰੂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਬੰਗਾਲ ਤੋਂ ਸ਼ੁਰੂ ਕਰਕੇ ਸਮੁੱਚੇ ਭਾਰਤੀ ਉਪ ਮਹਾਂਦੀਪ ਨੂੰ ਬਰਤਾਨਵੀ ਸਲਤਨਤ ਅੰਗ ਬਣਾਉਣ ਵਿੱਚ ਅੰਗਰੇਜ਼ਾਂ ਨੂੰ 100 ਸਾਲ ਲੱਗ ਗਏ ਸਨ। ਪਰ ਅਹਿਮ ਗੱਲ ਇਹ ਹੈ ਕਿ ਉਹਨਾਂ ਨੇ ਭਾਰਤ ਅੰਦਰ ਪ੍ਰਚਲਿਤ ਜਾਂਗੀਰੂ ਕੁਲੀਅੰਤਰਨ
ਦੀ ਥਾਵੇਂ ਨਵੀਂ ਕਿਸਮ ਦੀ ਰਾਜਸੀ ਪ੍ਰਬੰਧਕ ਢਾਂਚਾ ਹੋਂਦ ਵਿੱਚ ਲਿਆਂਦਾ। ਖਿੰਡੀਆਂ ਬਿਖਰੀਆਂ ਖਰਚ-ਖਾ ਜੰਗੀਰੂ ਰਿਆਸਤਾਂ ਦੀ ਥਾਵੇਂ ਬਸਤੀਵਾਦੀ ਕਬਜ਼ੇ ਹੇਠਲੇ ਸਮੁੱਚੇ ਖੇਤਰ ਅੰਦਰ ਇੱਕਜੁੱਟ ਤੇ ਇੱਕ ਰੂਪ ਰਾਜਸੀ ਪ੍ਰਬੰਧਕੀ ਢਾਂਚਾ ਕਾਇਮ ਕੀਤਾ ਗਿਆ, ਜਿਸ ਵਿੱਚ ਨਵਾਬਸ਼ਾਹੀ ਦੀ ਬਜਾਏ ਨੌਕਰਸ਼ਾਹੀ ਨੇ ਪ੍ਰਧਾਨ ਹੈਸੀਅਤ ਹਾਸਲ ਕਰ ਲਈ ਸੀ। ਇਸ ਨਾਲ ਸੱਤਾ ਦੇ ਖਾਸੇ ਤੇ ਹੁਕਮਰਾਨੀ ਦੇ ਢੰਗਾਂ ਵਿੱਚ ਅਹਿਮ ਤਬਦੀਲੀ ਆ ਗਈ ਸੀ। ਰਾਜ ਕਰਨ ਤੋਂ ਭਾਵ ਹੁਣ ਰਾਜ ਪ੍ਰਬੰਧ ਚਲਾਉਣਾ ਸੀ। ਨਵੇਂ ਰਾਜ ਪ੍ਰਬੰਧ ਅੰਦਰ ਲੜਾਕੂ ਸੂਰਮਿਆਂ ਨਾਲੋਂ ਵੱਖਰੇ ਗੁਣਾਂ ਜਾਂ ਹੁਨਰਾਂ ਵਾਲੇ ਵਿਅਕਤੀਆਂ ਦੀ ਲੋੜ ਬਣ ਗਈ ਸੀ। ਇਹ ਲੋੜ ਆਧੁਨਿਕ ਵਿੱਦਿਆ ਦੇ ਜ਼ਰੀਏ ਹੀ ਪੂਰੀ ਕੀਤੀ ਜਾ ਸਕਦੀ ਸੀ। ਸੋ ਇਸ ਤਰ੍ਹਾਂ ਬਸਤੀਵਾਦੀ ਰਾਜ ਹੇਠਾਂ ਆਧੁਨਿਕ ਵਿੱਦਿਆ ਸੱਤਾ ਦੀ ਨਵੀਂ ਦੁਨੀਆ ਤੱਕ ਰਸਾਈ ਕਰਨ ਦਾ ਸਾਧਨ ਬਣ ਗਿਆ ਸੀ। ਨਵੇਂ ਪ੍ਰਬੰਧਕੀ ਢਾਂਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਵੇਂ ਪੇਸ਼ਾਵਰ ਵਰਗ ਅਫਸਰਸ਼ਾਹ, ਜੱਜ, ਵਕੀਲ, ਇੰਜੀਨੀਅਰ, ਡਾਕਟਰ, ਵਿਦਵਾਨ, ਅਧਿਆਪਕ, ਸੰਪਾਦਕ ਜਾਂ ਪੱਤਰਕਾਰ, ਲੇਖਾਕਾਰ, ਕਲਰਕ ਆਦਿ ਪੈਦਾ ਹੋ ਗਏ। ਇਹ ਵਰਗ ਪੈਦਾ ਕਰਨ ਲਈ ਭਾਰਤ ਅੰਦਰ ਸਿੱਖਿਆ ਢਾਂਚੇ ਦਾ ਪਸਾਰ ਕੀਤਾ ਗਿਆ। ਕਲਕੱਤਾ ਵਿਖੇ 1800 ਈਸਵੀ ਵਿੱਚ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਨਾਲ ਭਾਰਤ ਅੰਦਰ ਉਚੇਰੀ ਵਿੱਦਿਆ ਦਾ ਮੁਹਰਤ ਹੋ ਗਿਆ ਸੀ। ਇਸ ਤੋਂ ਛੇਤੀ ਬਾਅਦ 1817 ਈਸਵੀ ਵਿੱਚ ਕਲਕੱਤੇ ਵਿੱਚ ਇੱਕ ਹੋਰ ਕਾਲਜ, ਹਿੰਦੂ ਕਾਲਜ, ਜਿਹੜਾ ਬਾਅਦ ਵਿੱਚ ਜਾ ਕੇ ਪ੍ਰੈਜ਼ੀਡੈਂਸੀ ਕਾਲਜ ਦੇ ਨਾਂ ਤੋਂ ਮਸ਼ਹੂਰ ਹੋਇਆ, ਖੁੱਲ੍ਹ ਗਿਆ ਸੀ। ਮਦਰਾਸ ਤੇ ਮੁੰਬਈ ਵਿੱਚ ਵੀ ਇਸ ਦੇ ਨਾਲ ਮਿਲਦਾ ਜੁਲਦਾ ਅਮਲ ਚੱਲਿਆ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅੰਗਰੇਜ਼ਾਂ ਦੁਆਰਾ ਭਾਰਤ ਅੰਦਰ ਵਿੱਦਿਆ ਦੇ ਸੰਚਾਰ ਪ੍ਰਸਾਰ ਦਾ ਇਹ ਉਦਮ ਬਰਤਾਨਵੀ ਸਾਮਰਾਜਵਾਦ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਹੀ ਆਰੰਭਿਆ ਗਿਆ ਸੀ। ਇਸ ਨਾਲ ਨਵੀਂ ਕਿਸਮ ਦਾ ਦੇਸੀ ਕੁਲੀਨ ਤਬਕਾ ਪੈਦਾ ਹੋਇਆ, ਜਿਹਦੀ ਨਫ਼ਰੀ ਤਾਂ ਭਾਵੇਂ ਥੋੜ੍ਹੀ ਹੀ ਸੀ, ਪਰ ਉਸ ਦੀ ਤਾਕਤ ਤੇ ਅਸਰ ਰਸੂਖ ਦਾ ਘੇਰਾ ਬਹੁਤ ਵਿਸ਼ਾਲ ਸੀ। ਆਧੁਨਿਕ ਜਾਂ ਅੰਗਰੇਜ਼ੀ ਵਿੱਦਿਆ ਦਾ ਆਰੰਭ ਕਿਉਂਕਿ ਬੰਗਾਲ ਤੋਂ ਹੀ ਹੋਇਆ ਸੀ ਅਤੇ ਕਲਕੱਤਾ ਭਾਰਤ ਅੰਦਰ ਬਰਤਾਨਵੀ ਸੱਤਾ ਦੀ ਧੁਨੀ ਜਾਂ ਰਾਜਧਾਨੀ ਵਜੋਂ ਵਿਕਸਿਤ ਹੋ ਗਿਆ ਸੀ। ਇਸ ਕਰਕੇ ਬੰਗਾਲੀ ਕੁਲੀਨ ਵਰਗ, ਜਿਸ ਨੂੰ ਭੱਦਰਲੋਕ ਕਿਹਾ ਜਾਂਦਾ ਹੈ, ਨੇ ਨਵੇਂ ਰਾਜ ਪ੍ਰਬੰਧ ਅੰਦਰ ਬੇਜੋੜ ਤਾਕਤ ਤੇ ਪੈਂਠ ਬਣਾ ਲਈ ਸੀ। ਬਸਤੀਵਾਦੀ ਪ੍ਰਸ਼ਾਸਨ ਦੇ ਅੰਗ ਵਜੋਂ ਇਹ ਵਰਗ ਸਾਰੇ ਦੇਸ਼ ਅੰਦਰ ਫੈਲ ਗਿਆ ਸੀ। ਇਹ ਵਰਗ ਹੀ ਸਮਾਂ ਪਾ ਕੇ ਭਾਰਤੀ ਰਾਸ਼ਟਰਵਾਦ ਦਾ ਜਨਮਦਾਤਾ, ਧੁਰਾ ਤੇ ਰਹਿਬਰ ਬਣਿਆ। ਇਸ ਕਰਕੇ ਹਿੰਦੂ ਪ੍ਰਧਾਨੀ ਭਾਰਤੀ ਰਾਸ਼ਟਰਵਾਦ ਦੇ ਮੁੱਲ ਖਾਸੇ ਨੂੰ ਸਮਝਣ ਲਈ ਇਸ ਵਰਗ ਦੀ ਸਮਾਜੀ ਅੰਗ ਬਣਤਰ, ਆਰਥਿਕ ਜਮਾਤੀ ਕਿਰਦਾਰ, ਸੱਭਿਆਚਾਰਕ ਖਲਸਤ ਤੇ ਮਨੋਵਿਗਿਆਨਿਕ ਵਿਸ਼ੇਸ਼ਤਾਵਾਂ ਨੂੰ ਸਮਝਣਾ ਜ਼ਰੂਰੀ ਹੈ। ਬੰਗਾਲੀ ਭੱਦਰਲੋਕ ਦੀ ਕੁਲਪੱਤਰੀ। ਅੰਗਰੇਜ਼ਾਂ ਵੱਲੋਂ ਬੰਗਾਲ ਨੂੰ ਫਤਿਹ ਕਰਨ ਮੌਕੇ ਬੰਗਾਲੀ ਸਮਾਜ ਅੰਦਰ ਗੁੰਝਲਦਾਰ ਸਮਾਜੀ ਵਰਗੀਕਰਨ ਮੌਜੂਦ ਸਨ। ਇਹ ਇਤਿਹਾਸਕ ਮੱਤ ਮੁਤਾਬਕ 5ਵੀਂ ਸਦੀ ਅੰਦਰ ਗੁਪਤਾ ਸਾਮਰਾਜ ਦੇ ਬੰਗਾਲ ਅੰਦਰ ਪਸਾਰ ਕਰ ਜਾਣ ਤੇ ਪੈਰ ਜਮਾ ਲੈਣ ਤੋਂ ਪਹਿਲਾਂ ਬੰਗਾਲੀ ਸਮਾਜ ਬ੍ਰਾਹਮਣਵਾਦ, ਜਾਤ-ਪਾਤ ਵਿਚਾਰਧਾਰਾ ਤੇ ਸਮਾਜੀ ਪ੍ਰਣਾਲੀ ਦੀ ਲਾਗ ਤੋਂ ਸੁਰਖਰੂ ਸੀ। ਗੁਪਤ ਸਾਮਰਾਜ ਦੇ ਪਸਾਰੇ ਦੌਰਾਨ ਬ੍ਰਾਹਮਣ, ਵੈਦਯ ਤੇ ਕਯਾਸਥ ਨਾਵਾਂ ਦੀਆਂ ਅਖੌਤੀ ਉੱਚ ਜਾਤਾਂ ਨੇ ਬੰਗਾਲ ਅੰਦਰ ਆ ਕੇ ਪੱਕਾ ਵਸੇਵਾ ਕਰ ਲਿਆ। ਇਹਨਾਂ ਵਿਜੇ ਜਾਤੀਆਂ ਨੇ ਬੰਗਾਲ ਦੇ ਮੂਲ ਵਸ਼ਿੰਦਿਆਂ ਨੂੰ ਸੰਸਕਾਰਕ ਤੌਰ ਤੇ ਨੀਚ ਤੇ ਨੀਵੀਂ ਜਾਤ ਦਾ ਅਪਮਾਨਜਨਕ ਦਰਜਾ ਦੇ ਦਿੱਤਾ। ਇਸ ਦੇ ਜਵਾਬ ਵਿੱਚ ਇਹਨਾਂ ਮੂਲ ਬੰਗਾਲੀਆਂ ਨੇ ਸਮੁੱਚੇ ਇਤਿਹਾਸ ਦੌਰਾਨ ਬੰਗਾਲ ਅੰਦਰ ਬ੍ਰਾਹਮਣਵਾਦ ਦੇ ਵਿਰੁੱਧ ਉੱਠੀ ਹਰੇਕ ਵੱਡੀ ਲਹਿਰ, ਜਿਵੇਂ ਕਿ ਬੁੱਧ ਧਰਮ, ਇਸਲਾਮ ਆਦਿ ਨੂੰ ਜਨਤਕ ਹਮਾਇਤ ਮੁਹੱਈਆ ਕੀਤੀ। 13ਵੀਂ ਸਦੀ ਅੰਦਰ ਤੁਰਕ ਅਫਗਾਨ ਹਮਲਿਆਂ ਨਾਲ ਬੰਗਾਲ ਅੰਦਰ ਇਸਲਾਮ ਦਾ ਦਾਖਲਾ ਆਰੰਭ ਹੋ ਗਿਆ ਸੀ। ਮੁਸਲਮਾਨਾਂ ਦੀ ਰਾਜਸੀ ਸੱਤਾ ਸਥਾਪਿਤ ਹੋ ਜਾਣ ਨਾਲ ਬੰਗਾਲੀ ਸਮਾਜ ਅੰਦਰ ਵੱਡੀ ਸਮਾਜੀ ਰੱਦੋ ਬਦਲ ਵਾਪਰ ਗਈ। ਇਹ ਰੱਦੋ ਬਦਲ ਸਾਰੇ ਖੇਤਰ ਅੰਦਰ ਇਕਸਾਰ ਨਹੀਂ ਹੋਈ। ਪੂਰਬੀ ਬੰਗਾਲ ਦੇ ਵੱਡੇ ਖੇਤਰ ਅੰਦਰ ਬਸੋਂ ਦੀ ਬਹੁਗਿਣਤੀ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ ਸੀ,
ਜਦੋਂ ਕਿ ਪੱਛਮ ਬੰਗਾਲ ਦੇ ਛੋਟੇ ਖੇਤਰ ਵੀ ਵਸੋਂ ਹਿੰਦੂ ਧਰਮ ਦੀ ਪੈਰੋਕਾਰ ਬਣੀ ਰਹੀ। ਕੁੱਲ ਮਿਲਾ ਕੇ ਬੰਗਾਲ ਦੀ ਅੱਧਿਓਂ ਬਹੁਤੀ ਵੰਸ਼ੋਂ ਨੇ ਇਸਲਾਮ ਕਬੂਲ ਕਰ ਲਿਆ ਸੀ। ਮੁਸਲਮਾਨ ਹਾਕਮਾਂ ਨੇ ਸਥਾਨਕ ਵੰਸ਼ਾਂ ਨਾਲ ਰਾਬਤਾ ਕਾਇਮ ਕਰਨ ਲਈ ਵਿਚੋਲਿਆਂ ਵਜੋਂ ਹਿੰਦੂ ਸਮਾਜ ਦੀਆਂ ਉੱਪਰਲੀਆਂ ਗਿਆਨਵਾਨ ਤੇ ਜ਼ਿਮੀਂਦਾਰ ਪਰਤਾਂ ਨੂੰ ਆਪਣੇ ਨਾਲ ਗੰਢ ਲਿਆ ਸੀ। ਇਨ੍ਹਾਂ ਹਿੰਦੂ ਉੱਚ ਵਰਗਾਂ ਨੇ ਰਾਜ ਭਾਗ ਚਲਾਉਣ ਤੋਂ ਲੈ ਕੇ ਤਿਜਾਰਤ ਦੇ ਖੇਤਰ ਤੱਕ ਮੁਗਲ ਹਾਕਮਾਂ ਦੀ ਸੇਵਾ ਪੂਰਤੀ ਕੀਤੀ। ਉੱਤਰੀ ਭਾਰਤ ਦੇ ਇੱਕ ਪ੍ਰਸਿੱਧ ਬਾਣੀਆ ਘਰਾਣੇ ਜਗਤ ਸੇਠ ਨੇ ਮੁਸਲਿਮ ਰਾਜ ਦੌਰਾਨ ਬੰਗਾਲ ਅੰਦਰ ਐਸੇ ਇਸ਼ਰਤ ਦੀਆਂ ਵਸਤਾਂ ਦੀ ਸ਼ਿਲਪ ਸਨਅਤ ਤੇ ਵਪਾਰ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਇਸ ਤਰ੍ਹਾਂ ਬੰਗਾਲ ਦੀ ਵੰਸ਼ੋਂ ਦੇ ਵੱਡੇ ਹਿੱਸੇ ਵੱਲੋਂ ਇਸਲਾਮ ਧਰਮ ਅਪਣਾ ਲੈਣ ਦੇ ਬਾਵਜੂਦ ਬੰਗਾਲੀ ਹਿੰਦੂ ਉੱਚ ਜਾਤੀਆਂ ਦਾ ਸਮਾਜੀ ਮਹੱਤਵ ਜਿਉਂ ਦਾ ਤਿਉਂ ਬਣਿਆ ਰਿਹਾ। ਇਹਨਾਂ ਹਿੰਦੂ ਵਰਗਾਂ ਦਾ ਇਹ ਵਿਸ਼ੇਸ਼ ਲੱਛਣ ਅੱਗੇ ਜਾ ਕੇ ਬਸਤੀਵਾਦੀ ਰਾਜ ਦੌਰਾਨ ਉਹਨਾਂ ਲਈ ਨਿਆਮਤ ਬਣਿਆ। ਉਹਨਾਂ ਨੇ ਆਪਣੇ ਆਪ ਨੂੰ ਬਹੁਤ ਆਸਾਨੀ ਤੇ ਨਿਪੁੰਨਤਾ ਨਾਲ ਨਵੇਂ ਰਾਜ ਦੇ ਅਨੁਕੂਲ ਢਾਲ ਲਿਆ। ਅਸਲ ਵਿੱਚ ਪਲਾਸੀ ਦੀ ਲੜਾਈ ਤੋਂ ਪਹਿਲਾਂ ਬੰਗਾਲੀ ਹਿੰਦੂ ਵਪਾਰੀ ਵਰਗ ਨੇ ਬਰਤਾਨਵੀ ਤਾਕਤ ਨਾਲ ਚੋਰ ਸਾਂਝ ਗੰਢ ਲਈ ਸੀ। ਇਸ ਕਰਕੇ ਇੱਕ ਹਿੰਦੂ ਵਿਦਵਾਨ ਦਾ ਨਾਂ ਤਾਂ ਇਹ ਕਹਿਣਾ ਹੈ ਕਿ ਈਸਟ ਇੰਡੀਆ ਕੰਪਨੀ ਨੇ ਪਲਾਸੀ ਵਿਖੇ ਆਪਣੀ ਜਿੱਤ ਦਾ ਇਸ ਤਰੀਕੇ ਨਾਲ ਇੰਤਜ਼ਾਮ ਕਰ ਲਿਆ ਸੀ ਕਿ ਇਹ ਲੜਾਈ ਨਹੀਂ ਇੱਕ ਸੌਦਾ ਸੀ, ਅਜਿਹਾ ਸੌਦਾ ਜਿਸ ਰਾਹੀਂ ਜਗਤ ਸੇਠ ਦੀ ਅਗਵਾਈ ਹੇਠ ਬੰਗਾਲ ਦੇ ਦਲਾਲਾਂ ਨੇ ਨਵਾਬ ਨੂੰ ਈਸਟ ਇੰਡੀਆ ਕੰਪਨੀ ਕੋਲ ਵੇਚ ਦਿੱਤਾ ਸੀ। ਬਸਤੀਵਾਦੀਆਂ ਵੱਲੋਂ ਆਰੰਭਕ ਤੌਰ ਵਿੱਚ ਆਰਥਿਕ ਖੇਤਰ ਵਿੱਚ ਲਿਆਂਦੀਆਂ ਤਬਦੀਲੀਆਂ ਦਾ ਮੁੱਲ ਉਦੇਸ਼ ਆਪਣਾ ਮੁਨਾਫਾ ਵਧਾਉਣਾ ਸੀ, ਪਰ ਅਜਿਹਾ ਕਰਦਿਆਂ ਨਾਲੋਂ ਨਾਲ ਰਾਜ ਦੀ ਮਜ਼ਬੂਤੀ ਲਈ ਭਾਰਤੀ ਵਰਗਾਂ ਵਿੱਚੋਂ ਆਪਣੇ ਪੱਕੇ ਤੇ ਭਰੋਸੇਯੋਗ ਭਾਈਵਾਲ ਪੈਦਾ ਕਰਨ ਦੀ ਪੂਰਕ ਰਾਜਸੀ ਲੋੜ ਨੂੰ ਵੀ ਬਰਾਬਰ ਧਿਆਨ ਵਿੱਚ ਰੱਖਿਆ ਗਿਆ ਸੀ। ਆਰਥਿਕ ਤਬਦੀਲੀਆਂ ਦਾ ਸੰਬੰਧ ਜ਼ਮੀਨੀ ਰਿਸ਼ਤਿਆਂ ਅਤੇ ਵਪਾਰ ਤੇ ਸਲਤਨਤ ਵਿੱਚ ਵਾਧੇ ਨਾਲ ਜੁੜਿਆ ਹੋਇਆ ਸੀ। ਮੁੱਢਲੇ ਦੌਰ ਅੰਦਰ ਬਰਤਾਨਵੀਆਂ ਦੀ ਸਭ ਨਾਲੋਂ ਵੱਧ ਰੁਚੀ ਜ਼ਮੀਨ ਲਗਾਨ ਵਧਾਉਣ ਤੇ ਵਸੂਲਣ ਵਿੱਚ ਸੀ। ਇਸ ਮੰਤਵ ਲਈ ਰਵਾਇਤੀ ਜ਼ਮੀਨੀ ਰਿਸ਼ਤਿਆਂ ਵਿੱਚ ਭਾਰੀ ਰਦੋ-ਬਦਲ ਕੀਤੀ ਗਈ। ਅਲੱਗ-ਅਲੱਗ ਖੇਤਰਾਂ ਅੰਦਰ ਠੋਸ ਹਾਲਤਾਂ ਅਤੇ ਲੋੜਾਂ ਅਨੁਸਾਰ ਅਲੱਗ-ਅਲੱਗ ਤਰ੍ਹਾਂ ਦੇ ਜ਼ਮੀਨੀ ਬੰਦੋਬਸਤ ਜਿਵੇਂ ਕਿ ਜ਼ਿਮੀਂਦਾਰੀ, ਰੈਲਵਾੜੀ, ਮਾਹਲਵਾੜੀ ਆਦਿ ਕੀਤੇ ਗਏ। ਬੰਗਾਲ ਅੰਦਰ ਮੁਗਲ ਰਾਜ ਦੀ ਪ੍ਰਚਲਿਤ ਰੀਤ ਨਾਲੋਂ ਹਟ ਕੇ ਸਥਾਈ ਬੰਦੋਬਸਤ ਦੇ ਜ਼ਰੀਏ ਨਵਾਂ ਜ਼ਿਮੀਂਦਾਰਾ ਪ੍ਰਬੰਧ ਚਾਲੂ ਕੀਤਾ ਗਿਆ। ਬਸਤੀਵਾਦੀ ਪ੍ਰਸ਼ਾਸਨ ਨੇ ਜ਼ਮੀਨੀ ਲਗਾਨ ਦੀ ਦਰ ਤੈਅ ਕਰਨ ਦੇ ਵਸੂਲਣ ਦਾ ਰਵਾਇਤੀ ਦਸਤੂਰ ਤਿਆਗ ਦਿੱਤਾ ਅਤੇ ਜ਼ਿਮੀਂਦਾਰਾਂ ਦੀ ਵਿਚੋਲਗਰੀ ਦੇ ਜ਼ਰੀਏ ਨਿਸ਼ਚਿਤ ਜ਼ਮੀਨ ਦੇ ਲਗਾਨ ਦੀ ਦਰ ਬੋਲੀ ਰਾਹੀਂ ਤੈਅ ਕਰਨ ਦੀ ਨਵੀਂ ਰੀਤ ਲਾਗੂ ਕੀਤੀ ਗਈ। ਸਭ ਤੋਂ ਉੱਚੀ ਬੋਲੀ ਦੇਣ ਵਾਲਾ ਜ਼ਿਮੀਂਦਾਰ ਸੰਬੰਧਿਤ ਜ਼ਮੀਨ ਦਾ ਮਾਲਕ ਬਣ ਜਾਂਦਾ ਸੀ ਅਤੇ ਜ਼ਮੀਨ ਦੇ ਜੱਦੀ ਪੁਸ਼ਤੀ ਮਾਲਕ ਕਿਸਾਨਾਂ ਕੋਲੋਂ ਮਾਲਕੀ ਦਾ ਹੱਕ ਖੁੱਸ ਜਾਂਦਾ ਸੀ। ਉਹ ਜ਼ਿਮੀਂਦਾਰ ਲਈ ਪੱਟੇਦਾਰਾਂ ਜਾਂ ਮੁਜਾਰੀਆਂ ਦੇ ਰੂਪ ਵਿੱਚ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਸੀ। ਲਗਾਨ ਦੀ ਦਰ ਕਿਉਂਕਿ ਸਥਾਈ ਤੌਰ ਤੇ ਮਿਥੀ ਜਾਣ ਲੱਗ ਪਈ ਸੀ, ਇਸ ਕਰਕੇ ਬਰਤਾਨਵੀ ਪ੍ਰਸ਼ਾਸਨ ਨੇ ਮੁਨਾਫੇ ਦੀ ਹਵਸ ਵਿੱਚੋਂ ਇਹ ਦਰ ਇੰਨੀ ਵਧਾ ਦਿੱਤੀ ਸੀ ਕਿ ਜ਼ਿਆਦਾਤਰ ਜ਼ਿਮੀਂਦਾਰਾਂ ਲਈ ਲਗਾਨ ਦੀ ਰਕਮ, ਜੋ ਹੁਣ ਜਿਣਸ ਦੀ ਥਾਵੇਂ ਨਕਦੀ ਰੂਪ ਵਿੱਚ ਵਸੂਲੀ ਜਾਂਦੀ ਸੀ, ਅਦਾ ਕਰਨੀ ਔਖੀ ਹੋ ਗਈ ਸੀ ਅਤੇ ਉਹਨਾਂ ਨੂੰ ਇਸ ਵਾਸਤੇ ਆਪਣੀਆਂ ਜਾਇਦਾਦਾਂ ਨਿਲਾਮ ਕਰਨੀਆਂ ਪੈ ਗਈਆਂ। ਨਤੀਜੇ ਵਜੋਂ ਸਥਾਈ ਬੰਦੋਬਸਤ ਦੇ ਤੁਰੰਤ ਪਿੱਛੋਂ ਮੁਗਲ ਰਾਠਾਂ ਦੀਆਂ ਵੱਡੀਆਂ ਜ਼ਮੀਰਾਂ ਟੁੱਟਣ ਤੇ ਵਿਕਣ ਲੱਗ ਪਈਆਂ। ਉਧਰ ਦੂਜੇ ਬੰਨੇ ਬੰਗਾਲ ਦੀਆਂ ਧਨਵਾਨ ਤੇ ਗਿਆਨਵਾਨ ਹਿੰਦੂ ਉੱਚ ਜਾਤੀਆਂ ਦੇ ਨਵੇਂ ਪ੍ਰਬੰਧ ਅੰਦਰ ਭਾਗ ਹੋਰ ਚਮਕ ਉੱਠੇ ਸਨ। ਯੂਰਪ ਦੇ ਵਪਾਰੀ ਘਰਾਣਿਆਂ ਨੂੰ ਭਾਰਤ ਅੰਦਰ ਕਾਰੋਬਾਰ ਕਰਨ ਲਈ ਅਜਿਹੇ ਸਮਰਥਾਵਾਨ ਸਥਾਨਕ ਭਾਈਵਾਲਾਂ ਦੀ ਜ਼ਰੂਰਤ ਸੀ, ਜਿਹੜੇ ਉਹਨਾਂ ਨੂੰ ਇੱਕ ਤਾਂ ਕਰਜ਼ੇ ਦੇ ਰੂਪ ਵਿੱਚ ਲੋੜੀਂਦੀ ਪੂੰਜੀ ਤੇ ਦੂਜਾ ਸਥਾਨਕ ਹਾਲਤਾਂ ਬਾਰੇ ਲੋੜੀਂਦਾ ਗਿਆਨ ਮੁਹੱਈਆ ਕਰ ਸਕਦੇ। ਬੰਗਾਲ ਦੀਆਂ ਪਿੱਛੇ ਦਰਸਾਈਆਂ ਗਈਆਂ ਹਿੰਦੂ ਉੱਚ ਜਾਤੀਆਂ ਅੰਦਰ ਇਹ ਗੁਣ ਸਮਰੱਥਾ ਵਾਧੂ ਸੀ। ਇਸ ਕਰਕੇ ਉਹਨਾਂ ਨੇ ਇਸ ਦਲਾਲੀ ਦੇ ਧੰਦੇ ਵਿੱਚੋਂ ਅੰਨਾ ਪੈਸਾ ਕਮਾਇਆ।
ਇਸ ਪੈਸੇ ਨਾਲ ਉਹਨਾਂ ਨੇ ਕੰਗਾਲ ਹੋ ਰਹੇ ਮੁਸਲਿਮ ਜਾਗੀਰਦਾਰਾਂ ਦੀਆਂ ਨਿਲਾਮ ਹੋ ਰਹੀਆਂ ਜ਼ਮੀਰਾਂ ਧੜਾਧੜ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਛੇਤੀ ਹੀ ਮੁਸਲਿਮ ਜਾਗੀਰਦਾਰਾਂ ਦੀਆਂ ਜ਼ਮੀਰਾਂ ਵਿਆਪਕ ਪੈਮਾਨੇ ਤੇ ਹਿੰਦੂ ਧਨਾਢਾਂ ਦੇ ਹੱਥਾਂ ਵਿੱਚ ਚਲੀਆਂ ਗਈਆਂ। ਨਿੱਜੀ ਜਾਇਦਾਦ ਦੇ ਬਰਤਾਨਵੀ ਸੰਕਲਪ ਨੇ ਸ਼ਹਿਰਾਂ ਵਿੱਚ ਬੈਠੇ ਲਗਾਨਦਾਰਾਂ ਲਈ ਪੇਂਡੂ ਖੇਤਰ ਵਿੱਚੋਂ ਪੂੰਜੀ ਦਾ ਨਿਕਾਸ ਕਰਨ ਤੇ ਇਸ ਤਰ੍ਹਾਂ ਦੀ ਕਿਸਾਨੀ ਨੂੰ ਨਿਰਦਨ ਤੇ ਸ਼ਕਤੀਹੀਨ ਕਰ ਦੇਣ ਲਈ ਰਸਤਾ ਖੋਲ੍ਹ ਦਿੱਤਾ ਸੀ। ਇਸ ਤਰੀਕੇ ਨਾਲ ਸਥਾਈ ਬੰਦੋਬਸਤ ਸਦਕਾ ਬੰਗਾਲ ਸਮਾਜ ਅੰਦਰ ਨਵੀਂ ਜਮਾਤੀ ਸਫਬੰਦੀ ਹੋ ਗਈ ਸੀ, ਜਿੱਥੇ ਇੱਕ ਪਾਸੇ ਕਾਸ਼ਤਕਾਰਾਂ ਨੂੰ ਪੂਰੀ ਤਰ੍ਹਾਂ ਸਾਧਨਹੀਨ ਤੇ ਬਲਹੀਨ ਕਰਕੇ ਤਬਾਹੀ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ ਸੀ, ਉੱਥੇ ਨਾਲੋਂ ਨਾਲ ਕੁਲੀਨ ਵਰਗ ਦੇ ਦਰਜਾਬੰਦੀ ਅੰਦਰ ਵੀ ਅਹਿਮ ਉਲਟਫੇਰ ਹੋ ਗਿਆ ਸੀ। ਮੁਸਲਿਮ ਕੁਲੀਨ ਵਰਗ ਦੇ ਪ੍ਰਧਾਨ ਹੈਸੀਅਤ ਹਿੰਦੂ ਕੁਲੀਨ ਵਰਗ ਨੇ ਹਥਿਆ ਲਈ ਸੀ। ਰਵਾਇਤੀ ਹਿੰਦੂ ਭੋਏ ਸਵਾਮੀਆਂ ਨੇ ਸ਼ਹਿਰੀ ਤੇ ਦਲਾਲ ਸੰਪਰਕਾਂ ਦੇ ਜ਼ਰੀਏ ਆਪਣਾ ਜਕੜ ਪੰਜਾ ਬੰਗਾਲ ਦੇ ਸਮੁੱਚੇ ਪੇਂਡੂ ਢਾਂਚੇ ਅੰਦਰ ਫੈਲਾ ਲਿਆ ਸੀ। ਬਸਤੀਵਾਦੀ ਹਾਕਮਾਂ ਦੇ ਨਵੇਂ ਆਰਥਿਕ ਸਿਲਸਿਲੇ ਨੇ ਬੰਗਾਲ ਨੂੰ ਉੱਭਰ ਵਿਗਸ ਰਹੇ ਸੰਸਾਰ ਪੂੰਜੀਵਾਦੀ ਪ੍ਰਬੰਧ ਨਾਲ ਜੋੜ ਦਿੱਤਾ ਸੀ। ਇਸ ਰਿਸ਼ਤਾ ਸਾਵਾਂ ਤੇ ਸੁਲੱਖਣਾ ਨਹੀਂ ਸੀ। ਇਸ ਨਾਲ ਬੰਗਾਲ ਦੀ ਵੱਧ ਫੁੱਲ ਰਹੀ ਰਵਾਇਤੀ ਕੱਪੜਾ ਸਨਅਤ ਦਾ ਉਜਾੜਾ ਅਟਲ ਹੋ ਗਿਆ ਸੀ। ਬਸਤੀਵਾਦੀ ਪ੍ਰਸ਼ਾਸਨ ਦੀਆਂ ਗਿਣੀਆਂ ਮਿਥੀਆਂ ਨੀਤੀਆਂ ਅਥਵਾ ਚਾਲਾਂ ਨੇ ਉਜਾੜੇ ਦਾ ਇਹ ਅਮਲ ਤੇਜ਼ ਕਰ ਦਿੱਤਾ। ਜਿੱਥੇ ਇੱਕ ਪਾਸੇ ਬਰਤਾਨਵੀ ਫਰਮਾਂ ਨੇ ਭਾਰਤੀ ਮੰਡੀ ਉੱਤੇ ਕਾਬਜ਼ ਹੋਣ ਲਈ ਉਤਸ਼ਾਹਿਤ ਕੀਤਾ ਗਿਆ, ਉੱਥੇ ਹੀ ਬਰਤਾਨਵੀ ਮੰਡੀ ਅੰਦਰ ਭਾਰਤੀ ਕੱਪੜੇ ਦੀ ਦਰਾਮਦ ਤੇ ਵਿਕਰੀ ਦੇ ਰਾਹ ਬੰਦ ਕਰ ਦਿੱਤੇ ਗਏ। ਮਾਨਚੈਸਟਰ ਦੇ ਮਸ਼ੀਨਾਂ ਦੁਆਰਾ ਬੁਣੇ ਸਸਤੇ ਕੱਪੜੇ ਤੇ ਤਾਣੀ ਦੇ ਬੁਣੇ ਕੱਪੜੇ ਨੂੰ ਮੈਦਾਨ ਵਿੱਚ ਬੁਰੀ ਤਰ੍ਹਾਂ ਖਦੇੜ ਦਿੱਤਾ। ਸਿੱਟਾ ਇਹ ਨਿਕਲਿਆ ਕਿ ਪੁਸ਼ਤਾਂ ਤੋਂ ਹੱਥ ਖੱਡੀਆਂ ਨਾਲ ਕੱਪੜੇ ਬੁਣਦੇ ਆ ਰਹੇ ਬੰਗਾਲ ਦੇ ਹੁਨਰੀ ਜੁਲਾਹੇ, ਜਿਹੜੇ ਕਿ ਲਗਭਗ ਸਾਰੇ ਦੇ ਸਾਰੇ ਮੁਸਲਮਾਨ ਸਨ, ਵੱਡੇ ਪੱਧਰ ਤੇ ਉਜਾੜੇ ਦਾ ਸ਼ਿਕਾਰ ਹੋ ਗਏ। ਢਾਕਾ, ਜਿਹੜਾ ਕਿ ਵੱਧ ਫੁੱਲ ਰਹੀ ਕੱਪੜੇ ਸਨਅਤ ਦਾ ਗੜ੍ਹ ਸੀ, ਤੇਜ਼ੀ ਨਾਲ ਉਜੜਨਾ ਸ਼ੁਰੂ ਹੋ ਗਿਆ। 1765 ਈਸਵੀ ਵਿੱਚ ਢਾਕੇ ਦੇ ਵਸੋਂ 4.5 ਲੱਖ ਸੀ, ਜਿਹੜਾ ਕਿ 35 ਸਾਲ ਬਾਅਦ ਘਟ ਕੇ ਕੇਵਲ 20,000 ਰਹਿ ਗਈ ਸੀ। ਬੰਗਾਲ ਦੀ ਪੁਰਾਣੀ ਰਾਜਧਾਨੀ ਮੁਰਸ਼ਿਦਾਬਾਦ ਦਾ ਵੀ ਇਹੀ ਹਾਸਲ ਹੋਇਆ। ਇਸ ਦੀ ਤੁਲਨਾ ਵਿੱਚ ਕਲਕੱਤਾ ਦਿਨ ਦੁਨੀ ਰਾਤ ਚੌਗੁਣੀ ਤਰੱਕੀ ਕਰਦਾ ਚਲਾ ਗਿਆ। ਇਸ ਦੇ ਕਾਰਨ ਪ੍ਰਤੱਖ ਸਨ। ਅੰਗਰੇਜ਼ਾਂ ਨੇ ਕਿਉਂਕਿ ਮੁਸਲਮਾਨਾਂ ਕੋਲੋਂ ਸੱਤਾ ਖੋਹੀ ਸੀ, ਇਸ ਕਰਕੇ ਮੁਸਲਿਮ ਰਈਸਾਂ ਨੂੰ ਬਸਤੀਵਾਦੀ ਤਾਕਤਾਂ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਸੀ। ਬਰਤਾਨਵੀ ਹਾਕਮਾਂ ਵੱਲੋਂ ਭਾਰਤ ਅੰਦਰ ਚਾਲੂ ਕੀਤੇ ਗਏ ਨਵੇਂ ਆਰਥਿਕ ਸਿਲਸਿਲੇ ਨੇ ਜਿੱਥੇ ਇੱਕ ਪਾਸੇ ਪੂਰਬੀ ਬੰਗਾਲ ਦੀ ਰਵਾਇਤੀ ਮੁਸਲਮਾਨ ਕਾਰੀਗਰਾਂ ਨੂੰ ਉਜਾੜੇ ਦੇ ਮੂੰਹ ਵਿੱਚ ਧੱਕ ਦਿੱਤਾ ਸੀ, ਉੱਥੇ ਦੂਜੇ ਪਾਸੇ ਇਸ ਨੇ ਹਿੰਦੂ ਉੱਚ ਜਾਤੀਆਂ ਦੀ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਖੋਲ੍ਹ ਦਿੱਤੇ ਸਨ। ਢਾਕੇ ਦਾ ਪਤਨ ਤੇ ਕਲਕੱਤੇ ਦੀ ਚੜ੍ਹਤਲ ਬੰਗਾਲੀ ਸਮਾਜ ਅੰਦਰ ਵਾਪਰੀ ਇਹ ਅਹਿਮ ਸਮਾਜੀ ਤਬਦੀਲੀ ਦੀ ਸੂਚਕ ਸੀ, ਜਿਸ ਨੇ ਪੂਰੇ ਹਿੰਦੁਸਤਾਨ ਦੀ ਹੋਣੀ ਉੱਤੇ ਫੈਸਲਾਕੁਨ ਤੇ ਚਿਰਸਥਾਈ ਅਸਰ ਪਾਏ। 18ਵੀਂ ਸਦੀ ਅੰਦਰ ਬਰਤਾਨੀਆ ਦੀ ਹਮਦਰਦੀ ਮੁਸਲਮਾਨਾਂ ਦੀ ਤੁਲਨਾ ਵਿੱਚ ਹਿੰਦੂਆਂ ਦੇ ਪੱਖ ਜ਼ਿਆਦਾ ਸੀ। ਇਸ ਦੇ ਪ੍ਰਤੱਖ ਰਾਜਸੀ ਕਾਰਨ ਸਨ। ਇੱਕ ਤਾਂ ਆਪ ਰੂਪ ਵਿੱਚ ਹੀ ਬਰਤਾਨਵੀ ਮਾਨਸਿਕਤਾ ਉੱਤੇ ਈਸਾਈਆਂ ਤੇ ਮੁਸਲਮਾਨਾਂ ਵਿਚਕਾਰ ਲੜੀਆਂ ਗਈਆਂ ਜਹਾਦੀ ਜੰਗਾਂ ਦਾ ਡਾਢਾ ਅਸਰ ਸੀ। ਗੋਰਿਆਂ ਨੂੰ ਸਪੇਨ ਦੀ ਜੰਗ ਅਜੇ ਤੱਕ ਨਹੀਂ ਸੀ ਭੁੱਲੀ। ਦੂਜਾ, ਭਾਰਤ ਅੰਦਰ ਅੰਗਰੇਜ਼ਾਂ ਦਾ ਮੁਸਲਮਾਨਾਂ ਕੋਲੋਂ ਸੱਤਾ ਖੋਹੀ ਸੀ ਅਤੇ ਇਸ ਅਮਲ ਦੌਰਾਨ ਬਰਤਾਨੀਆ ਨੇ ਲੋਕਾਂ ਦੀਆਂ ਨਜ਼ਰਾਂ ਵਿੱਚ ਸਿਰਾਜ ਉਦ-ਦੌਲਾ ਤੇ ਟੀਪੂ ਸੁਲਤਾਨ ਖਲਨਾਇਕਾਂ ਦਾ ਦਰਜਾ ਅਖਤਿਆਰ ਕਰ ਗਏ। ਟੀਪੂ ਸੁਲਤਾਨ ਦੀ ਹਾਰ ਉਪਰੰਤ ਬਰਤਾਨੀਆ ਅੰਦਰ ਵੱਡੇ ਪੈਮਾਨੇ ਉੱਤੇ ਜਨਤਕ ਜਸ਼ਨ ਮਨਾਏ ਗਏ ਸਨ। ਇਸ ਕਰਕੇ ਕੁਦਰਤੀ ਸੀ ਕਿ ਬਰਤਾਨਵੀ ਹਾਕਮ ਹਿੰਦੂਆਂ ਨੂੰ ਆਪਣੇ ਨਾਲ ਗੰਢਣ ਦੇ ਯਤਨ ਕਰਦੇ, ਖਾਸ ਕਰਕੇ ਇਸ ਲਈ ਕਿ ਹਿੰਦੂ ਬਹੁਗਿਣਤੀ ਵਿੱਚ ਸਨ। ਅੰਗਰੇਜ਼ ਇੱਕ ਵਿਸ਼ਾਲ ਤੇ ਸੰਵਾਲੀ ਬਹੁਗਿਣਤੀ, ਜਿਸ ਨੂੰ ਮੁਸਲਿਮ ਜਰਵਾਨੀਆਂ ਤੋਂ ਦਬਾ ਰੱਖਿਆ ਸੀ, ਦੇ ਰਖਵਾਲੀ ਬਣ ਕੇ ਪੇਸ਼ ਹੋਏ। ਨਥੇਨੀਅਲ ਬਰਾਸੀ ਹਾਲਡੇਨ ਨੇ, ਜਿਸ ਨੂੰ ਵਾਰਨ ਹੈਂਡਿਜ ਨੇ
1773 ਈਸਵੀ ਵਿੱਚ ਹਿੰਦੂਆਂ ਦੇ ਕਾਨੂੰਨ ਦੇ ਗ੍ਰੰਥ ਦਾ ਤਰਜਮਾ ਕਰਨ ਲਈ ਮੁਕਰਰ ਕੀਤਾ ਸੀ। ਨੇ ਹੈਮਟਿਗਜ਼ ਦਾ ਉਸਤਤ ਗਾਇਨ ਕਰਦਿਆਂ ਉਸਦੇ ਹਿੰਦੂਆਂ ਦਾ ਮੁਕਤੀਦਾਤਾ ਕਹਿ ਕੇ ਨਿਵਾਜਿਆ ਸੀ, ਜਿਸ ਨੇ ਹਿੰਦੂਆਂ ਨੂੰ ਕੁਰਾਨ ਦੇ ਭ੍ਰਿਸ਼ਟ ਫਰਮਾਨਾਂ ਤੇ ਜ਼ਰ ਖਰੀਦ ਕਾਨੂੰਨਾਂ ਤੋਂ ਨਿਜਾਤ ਦਿਵਾ ਦਿੱਤੀ ਸੀ ਅਤੇ ਉਹਨਾਂ ਦੇ ਦੇਸ਼ ਦੇ ਕਾਨੂੰਨਾਂ ਅਤੇ ਮੁਸਲਿਮ ਹਾਕਮਾਂ ਵੱਲੋਂ ਦੁਤਕਾਰੇ ਗਏ ਵੇਦਾਂ ਦੇ ਸਦਾਚਾਰਕ ਪ੍ਰਬੰਧ ਨੂੰ ਬਹਾਲ ਕਰ ਦਿੱਤਾ ਸੀ। ਜਿਹੜੇ ਪੰਡਤਾਂ ਨੇ ਤਰਜਮੇ ਲਈ ਹਿੰਦੂ ਕਾਨੂੰਨਾਂ ਦਾ ਉਪਰਕਤ ਗ੍ਰੰਥ ਤਿਆਰ ਕੀਤਾ ਸੀ, ਉਹ ਵੀ ਹੈਮਟਿਗਜ਼ ਦੇ ਲੱਖ ਲੱਖ ਸ਼ੁਕਰਗੁਜ਼ਾਰ ਹੋਏ ਸਨ, ਜਿਸ ਨੇ ਉਹਨਾਂ ਦੀ ਮੁਸਲਮਾਨਾਂ ਦੇ ਜ਼ੁਲਮਾਂ ਤੋਂ ਬਦਖਲਾਸੀ ਕਰ ਦਿੱਤੀ ਸੀ। ਅੰਗਰੇਜ਼ਾਂ ਪ੍ਰਤੀ ਸ਼ੁਕਰਾਨੇ ਦਾ ਇਹ ਭਾਵ ਕੇਵਲ ਰਵਾਇਤੀ ਹਿੰਦੂ ਵਰਗਾਂ ਤੱਕ ਸੀਮਿਤ ਨਹੀਂ ਸੀ। ਬਾਅਦ ਵਿੱਚ ਆਧੁਨਿਕ ਵਿਦਿਆ ਦੇ ਜ਼ਰੀਏ ਪੈਦਾ ਹੋਏ ਨਵੇਂ ਪੜ੍ਹੇ ਲਿਖੇ ਹਿੰਦੂ ਵਰਗਾਂ ਅੰਦਰ ਵੀ ਇਸ ਦਾ ਵਿਆਪਕ ਅਸਰ ਪ੍ਰਗਟ ਹੋਇਆ। ਹਿੰਦੂ ਰਾਸ਼ਟਰਵਾਦੀਆਂ ਅੰਦਰ ਬੇਹੱਦ ਮਕਬੂਲ ਹੋਏ ਬੰਕਿਮ ਚੰਦਰ ਚੱਟੋਪਾਧਿਆਏ ਦੀ ਪ੍ਰਸਿੱਧ ਨਾਵਲ ਆਨੰਦ ਮਠ ਅਤੇ ਲਾਲਾ ਲਾਜਪਤ ਰਾਏ ਦੀ ਸਵੈ ਜੀਵਨੀ ਮਾਈ ਸਟੋਰੀ ਤੋਂ ਇਸ ਤੱਥ ਦੀ ਗੂੜ੍ਹੀ ਪੁਸ਼ਟੀ ਹੁੰਦੀ ਹੈ। 1857 ਦੇ ਗਦਰ ਮੌਕੇ ਬੰਗਾਲੀ ਜ਼ਿਮੀਂਦਾਰ, ਜੋ ਜ਼ਿਆਦਾਤਰ ਹਿੰਦੂ ਸਨ, ਪੂਰੀ ਤਰ੍ਹਾਂ ਬਰਤਾਨਵੀ ਹਕੂਮਤ ਦੇ ਪੱਖ ਵਿੱਚ ਭੁਗਤੇ ਸਨ। ਲਗਭਗ ਇੱਕ ਸਦੀ ਤੱਕ ਹਿੰਦੂ ਕੁਲੀਨ ਵਰਗ ਦੇ ਬਸਤੀਵਾਦੀ ਰਾਜ ਵਿਚਕਾਰ ਸੰਮਤੀ ਤੇ ਸਾਂਝ ਭਿਆਲੀ ਦਾ ਮਾਹੌਲ ਬਣਿਆ ਰਿਹਾ। 1857 ਦੀ ਘਟਨਾਕ੍ਰਮ ਨਾਲ ਦੋਵਾਂ ਧਿਰਾਂ ਵਿਚਕਾਰ ਹਨੀਮੂਨ ਦਾ ਇੱਕ ਦੌਰ ਖਤਮ ਹੋ ਗਿਆ ਸੀ ਅਤੇ ਇਸ ਦੇ ਨਾਲ ਹੀ ਭਾਰਤ ਅੰਦਰ ਰਾਸ਼ਟਰਵਾਦ ਦੇ ਰਾਸ਼ਟਰੀ ਵਰਤਾਰੇ ਦਾ ਜਨਮ ਹੋਇਆ। ਨਵਾਂ ਹਿੰਦੂ ਕੁਲੀਨ ਤਬਕਾ 1774 ਈਸਵੀ ਵਿੱਚ ਕਲਕੱਤੇ ਵਿੱਚ ਸੁਪਰੀਮ ਕੋਰਟ ਸਥਾਪਿਤ ਹੋ ਗਈ ਸੀ। ਮਈ 1816 ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਐਡਵਰਡ ਹਾਈਡ ਇਸ ਨੇ ਆਪਣੇ ਘਰੇ ਯੂਰਪੀ ਤੇ ਹਿੰਦੂ ਪਦਰਪੁਰਸ਼ਾਂ ਦੀ ਇੱਕ ਸਭਾ ਬੁਲਾਈ, ਜਿਸ ਵਿੱਚ ਹਿੰਦੂ ਭਾਈਚਾਰੇ ਦੇ ਬੱਚਿਆਂ ਨੂੰ ਪੱਛਮੀ ਵਿੱਦਿਆ ਦੇਣ ਲਈ ਸੰਸਥਾ ਸਥਾਪਿਤ ਕਰਨ ਦੀ ਤਜਵੀਜ਼ ਵਜੋਂ ਵਿਚਾਰ ਹੋਈਆਂ। ਇਸ ਮੀਟਿੰਗ ਵਿੱਚ ਰਾਜਾ ਰਾਜਮੋਹਨ ਰਾਏ ਸਮੇਤ ਕਲਕੱਤੇ ਦੇ ਹੋਰ ਕਈ ਸਾਰੇ ਪਤਵੰਤੇ ਹਿੰਦੂ ਸੱਜਣ ਸ਼ਾਮਲ ਹੋਏ ਸਨ। ਇਸ ਵਿਚਾਰ ਚਰਚਾ ਦਾ ਠੋਸ ਅਸਲੀ ਸਿੱਟਾ ਇਹ ਨਿਕਲਿਆ ਕਿ ਅਗਲੇ ਹੀ ਸਾਲ 1817 ਈਸਵੀ ਵਿੱਚ ਹਿੰਦੂ ਕਾਲਜ ਚਾਲੂ ਕੀਤਾ ਗਿਆ, ਜਿੱਥੇ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਮੁੱਖ ਤੌਰ ਤੇ ਅੰਗਰੇਜ਼ ਅਫਸਰਸ਼ਾਹੀ ਲੋੜਾਂ, ਉਹਨਾਂ ਨੂੰ ਸਥਾਨਕ ਬੋਲੀਆਂ ਤੇ ਰਹਿਤਲ ਤੋਂ ਜਾਣੂ ਕਰਾਉਣਾ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ। ਉੱਥੇ ਹਿੰਦੂ ਕਾਲਜ ਕਾਇਮ ਕਰਨ ਦਾ ਮਨੋਰਥ ਨਵੇਂ ਪ੍ਰਬੰਧਕੀ ਢਾਂਚੇ ਲਈ ਹਿੰਦੂ ਸਮਾਜ ਵਿੱਚੋਂ ਨਵਾਂ ਕੁਲੀਨ ਤਬਕਾ ਪੈਦਾ ਕਰਨਾ ਸੀ। 1843 ਈਸਵੀ ਵਿੱਚ ਇਸ ਕਾਲਜ ਅੰਦਰ ਇੰਜੀਨੀਅਰਿੰਗ ਦੀ ਪੜ੍ਹਾਈ ਤੇ ਸਿਖਲਾਈ ਆਰੰਭ ਕੀਤੀ ਗਈ। 1856 ਵਿੱਚ ਕਲਕੱਤੇ ਵਿੱਚ ਹੀ ਆਪਣਾ ਵੱਖਰਾ ਇੰਜੀਨੀਅਰਿੰਗ ਕਾਲਜ ਸਥਾਪਿਤ ਹੋ ਗਿਆ ਸੀ। ਇਸ ਤੋਂ ਪਹਿਲਾਂ 1847 ਵਿੱਚ ਰੁੜਕੀ ਵਿਖੇ ਭਾਰਤ ਅੰਦਰ ਪਹਿਲਾ ਇੰਜੀਨੀਅਰਿੰਗ ਕਾਲਜ ਖੁੱਲ੍ਹ ਚੁੱਕਾ ਸੀ। 1856 ਵਿੱਚ ਪੂਨੇ ਵਿੱਚ ਦੂਜਾ ਇੰਜੀਨੀਅਰਿੰਗ ਕਾਲਜ ਚਾਲੂ ਹੋ ਗਿਆ ਸੀ। ਅਹਿਮ ਗੱਲ ਇਹ ਹੈ ਕਿ ਇਹਨਾਂ ਸੰਸਥਾਵਾਂ ਦੇ ਦਰ ਸਾਰੇ ਵਰਗਾਂ ਲਈ ਖੁੱਲ੍ਹੇ ਨਹੀਂ ਸਨ। ਇਹਨਾਂ ਵਿੱਚ ਕੇਵਲ ਤੇ ਕੇਵਲ ਹਿੰਦੂ ਉੱਚ ਜਾਤੀਆਂ ਦੇ ਬੱਚੇ ਹੀ ਦਾਖਲਾ ਲੈ ਸਕਦੇ ਸਨ। ਪ੍ਰੈਜ਼ੀਡੈਂਸੀ ਕਾਲਜ ਦੀ ਸਥਾਪਨਾ ਤੋਂ 37 ਸਾਲਾਂ ਬਾਅਦ 1855 ਈਸਵੀ ਵਿੱਚ ਪਹਿਲੀ ਵਾਰ ਸਮਾਜ ਦੇ ਸਾਰੇ ਵਰਗਾਂ ਲਈ ਦਾਖਲਾ ਖੁੱਲ੍ਹ ਗਿਆ ਸੀ। ਉਦੋਂ ਤੱਕ ਹਿੰਦੂ ਉੱਚ ਜਾਤੀਆਂ ਦੀਆਂ 2 ਪੁਸ਼ਤਾਂ ਪੜ੍ਹ ਲਿਖ ਗਈਆਂ ਸਨ। ਉਸ ਸਾਲ 101 ਨਵੇਂ ਵਿਦਿਆਰਥੀ ਦਾਖਲ ਹੋਏ, ਜਿਨ੍ਹਾਂ 'ਚੋਂ ਕੇਵਲ 2 ਮੁਸਲਮਾਨ ਸਨ। ਬਾਕੀ ਦੇ 99 ਵਿਦਿਆਰਥੀ ਫਿਰ ਉੱਚੀਆਂ ਹਿੰਦੂ ਜਾਤੀਆਂ 'ਚੋਂ ਹੀ ਸਨ। ਕਾਲਜ ਦੀ ਸਥਾਪਨਾ ਤੋਂ 80 ਸਾਲਾਂ ਬਾਅਦ ਜਾ ਕੇ 1898 ਈਸਵੀ ਵਿੱਚ ਇਸ ਸੰਸਥਾ ਅੰਦਰ ਪਹਿਲੀ ਵਾਰ ਕਿਸੇ ਕੁੜੀ ਨੂੰ ਦਾਖਲਾ ਹੋਣ ਦਾ ਹੱਕ ਤੇ ਸੁਭਾਗ ਨਸੀਬ ਹੋਇਆ ਸੀ। 1901 ਵਿੱਚ ਮਦਰਾਸ ਸੁਮਾਰੀ ਦੇ ਅੰਕੜਿਆਂ ਮੁਤਾਬਕ ਬਸਤੀਵਾਦੀ ਪ੍ਰਸ਼ਾਸਨ ਅਧੀਨ ਬੰਗਾਲੀ ਸਮਾਜ ਅੰਦਰ ਹਿੰਦੂ ਉੱਚ ਜਾਤੀਆਂ, ਬ੍ਰਾਹਮਣ, ਵੈਦਿਆ, ਕਿਆਸਥ ਆਦਿ ਨੇ ਕੁੱਲ ਵਸੋਂ ਅੰਦਰ ਆਪਣੇ ਨਿਗੁਣੇ ਹਿੱਸੇ ਦੀ ਤੁਲਨਾ ਵਿੱਚ 80% ਤੋਂ ਵੱਧ ਵਧੇਰੇ ਉੱਚੀਆਂ ਪਦਵੀਆਂ ਉੱਤੇ ਹੱਕ ਜਮਾ ਰੱਖਿਆ ਸੀ। ਨੀਵੀਆਂ ਸਮਝਦੀਆਂ ਜਾਤੀਆਂ ਹਿੰਦੂ ਜਾਤੀਆਂ ਦੇ ਹਿੱਸੇ ਸਿਰਫ 9.5 ਨੌਕਰੀਆਂ ਹੀ ਆਈਆਂ, ਜਦੋਂ ਕਿ ਕੁੱਲ ਵੰਸ਼ੋਂ ਅੰਦਰ ਉਹਨਾਂ ਦਾ ਹਿੱਸਾ 41.8 ਸੀ। ਬੰਗਾਲ ਅੰਦਰ ਮੁਸਲਮਾਨਾਂ ਦੀ ਗਿਣਤੀ ਅੱਧ ਨਾਲੋਂ ਵੱਧ 51% ਸੀ, ਪਰ ਉੱਚੀਆਂ ਪਦਵੀਆਂ ਅੰਦਰ ਉਹਨਾਂ ਦਾ ਹਿੱਸਾ ਕੇਵਲ 10% ਸੀ।
ਮਦਰਾਸ ਪ੍ਰੈਜ਼ੀਡੈਂਸੀ ਭਾਵ ਅਸ਼ੋਕਾ ਸਮੁੱਚਾ ਤਾਮਿਲਨਾਡੂ, ਕਰਨਾਟਕਾ, ਆਂਧਰਾ ਪ੍ਰਦੇਸ਼ ਤੇ ਮਾਲਵਰ ਕੇਰਲਾ ਦੀ ਕੁੱਲ ਵੰਸ਼ੋਂ ਅੰਦਰ ਬ੍ਰਾਹਮਣ ਸਿਰਫ 3% ਸਨ, ਪਰ 1897 ਤੋਂ 1904 ਵਿਚਕਾਰ ਪ੍ਰੈਜ਼ੀਡੈਂਸੀ ਸਿਵਲ ਸਰਵਿਸ ਦੀਆਂ 94% ਅਸਾਮੀਆਂ ਇਕੱਲੇ ਬ੍ਰਾਹਮਣਾਂ ਨੇ ਹਥਿਆ ਲਈਆਂ ਸਨ। ਮਦਰਾਸ ਪ੍ਰੈਜ਼ੀਡੈਂਸੀ ਅੰਦਰ ਬ੍ਰਾਹਮਣ ਵਰਗ ਅੰਦਰ ਪੜ੍ਹਾਈ ਦੀ ਦਰ 80% ਸੀ, ਜਦਕਿ ਗੈਰ ਬ੍ਰਾਹਮਣ ਵਰਗਾਂ ਵਿੱਚੋਂ ਕੇਵਲ 4% ਲੋਕ ਮੁੱਢਲੀ ਵਿੱਦਿਆ ਦਾ ਲਾਭ ਉਠਾ ਸਕੇ ਸਨ। ਉੱਚੀ ਵਿੱਦਿਆ ਗ੍ਰਹਿਣ ਕਰਨ ਵਾਲਾ ਤਾਂ ਕੋਈ ਬਿਰਲਾ ਹੀ ਸੀ। 1914 ਵਿੱਚ ਮਦਰਾਸ ਯੂਨੀਵਰਸਿਟੀ ਦੇ ਕੁੱਲ 650 ਰਜਿਸਟਰਡ ਗ੍ਰੈਜੂਏਟਾਂ ਵਿੱਚ 450 ਬ੍ਰਾਹਮਣ ਸਨ। ਉਸੇ ਹੀ ਸਾਲ ਸਮੁੱਚੇ ਖੇਤਰ ਵਿੱਚੋਂ ਕਾਂਗਰਸ ਪਾਰਟੀ ਦੇ ਕੁੱਲ ਚੁਣੇ ਗਏ 16 ਡੈਲੀਗੇਟਾਂ ਵਿੱਚੋਂ 14 ਬ੍ਰਾਹਮਣ ਸਨ। 1901 ਦੀ ਈਸਵੀ ਤੱਕ ਮਦਰਾਸ ਵਿਧਾਨ ਕੌਂਸਲ ਅੰਦਰ ਇੱਕ ਵੀ ਗੈਰ ਬ੍ਰਾਹਮਣ ਨੁਮਾਇੰਦਾ ਨਹੀਂ ਸੀ। ਸੋ ਭਾਰਤੀ ਸਮਾਜ ਦੇ ਜਿਹੜੇ ਵਰਗ ਪੁਰਾਣੇ ਢਾਂਚੇ ਅੰਦਰ ਸਦੀਆਂ ਤੋਂ ਵਿਸ਼ੇਸ਼ ਹੱਕ ਸਹੂਲਤਾਂ ਮਾਣਦੇ ਆ ਰਹੇ ਸਨ, ਉਨ੍ਹਾਂ ਹੀ ਵਰਗਾਂ ਨੇ ਬਸਤੀਵਾਦੀ ਰਾਜ ਹੇਠਾਂ ਨਵੇਂ ਕੁਲੀਨ ਤਬਕੇ ਦਾ ਜਾਮਾ ਧਾਰਨ ਕਰ ਲਿਆ ਸੀ। ਨਵੇਂ ਢਾਂਚੇ ਅੰਦਰ ਜਦੋਂ ਰਵਾਇਤੀ ਹਿੰਦੂ ਕੁਲੀਨ ਵਰਗਾਂ ਨੇ ਆਧੁਨਿਕ ਵਿੱਦਿਆ ਦੇ ਜ਼ਰੀਏ ਪ੍ਰਬੰਧਕੀ ਢਾਂਚੇ ਅੰਦਰ ਭਾਰੂ ਹੈਸੀਅਤ ਮੱਲ ਲਈ ਸੀ, ਤਾਂ ਹਿੰਦੂ ਉੱਚ ਜਾਤੀਆਂ ਦਾ ਰਵਾਇਤੀ ਸਮਾਜੀ ਦਬਦਬਾ ਰਾਜਸੀ ਗਲਬੇ ਵਿੱਚ ਤਬਦੀਲ ਹੋ ਗਿਆ। ਸਵਰਨ ਜਾਤੀਆਂ ਦੀ ਸਥਾਨਕ ਪੱਧਰ ਤੇ ਖਿੰਡੀ ਵਿਖਰੀ ਤਾਕਤ ਨੌਕਰਸ਼ਾਹੀਕਰਨ ਦੇ ਅਮਲ ਰਾਹੀਂ ਹਿੰਦੂ ਪੈਮਾਨੇ ਤੇ ਇਕਜੁੱਟ ਹੋ ਗਈ। ਇਸ ਤਰੀਕੇ ਨਾਲ ਹਿੰਦੂ ਉੱਚ ਜਾਤੀਆਂ ਲਈ ਬਸਤੀਵਾਦ ਵਰਦਾਨ ਸਾਬਤ ਹੋਇਆ। ਇਸਨੇ ਜਾਤੀਪਾਤੀ ਪ੍ਰਥਾ ਨੂੰ ਕਮਜ਼ੋਰ ਕਰਨ ਦੀ ਥਾਵੇਂ ਹੋਰ ਮਜ਼ਬੂਤ ਕਰ ਦਿੱਤਾ। ਹਿੰਦੂ ਉੱਚ ਜਾਤੀਆਂ ਦੀ ਤਾਕਤ ਤੇ ਗੌਰਵ ਵਿੱਚ ਹੋਰ ਵਾਧਾ ਹੋ ਗਿਆ। ਬ੍ਰਾਹਮਣ ਵਰਗ ਨੇ ਜਿਸ ਤਰੀਕੇ ਨਾਲ ਰਵਾਇਤੀ ਸਮਾਜ ਅੰਦਰ ਸੰਸਕ੍ਰਿਤ ਉੱਤੇ ਆਪਣੀ ਅਜਾਇਦਾਰੀ ਤੇ ਜ਼ਰੀਏ ਗਿਆਨ ਉੱਤੇ ਅਜਾਇਦਾਰੀ ਹਾਸਲ ਕਰ ਲਈ ਸੀ, ਉਵੇਂ ਹੀ ਨਵੇਂ ਸਮਾਜ ਅੰਦਰ ਬ੍ਰਾਹਮਣ ਵਰਗ ਨੇ ਉਸ ਦੀਆਂ ਸਹਿਯੋਗੀ ਉੱਚ ਜਾਤੀਆਂ ਨੇ ਨਵੀਂ ਵਿੱਦਿਆ ਉੱਤੇ ਆਪਣੀ ਅਜਾਇਦਾਰੀ ਦੇ ਜ਼ਰੀਏ ਨਵੇਂ ਆਧੁਨਿਕ ਗਿਆਨ ਉੱਤੇ ਆਪਣਾ ਵਿਸ਼ੇਸ਼ ਹੱਕ ਜਮਾ ਲਿਆ ਸੀ। ਕਲਕੱਤਾ ਯੂਨੀਵਰਸਿਟੀ ਕਮਿਸ਼ਨ ਦੀ ਰਿਪੋਰਟ ਵਿੱਚ ਭੱਦਰਲੋਕ ਦੀ ਸਮਾਜੀ ਅੰਗ ਬਣਤਰ ਅਤੇ ਰਾਜਸੀ ਪ੍ਰਵਿਰਤੀ ਬਾਰੇ ਕੀਤੀ ਟਿੱਪਣੀ ਬਸਤੀਵਾਦ ਅਧੀਨ ਹਿੰਦੂ ਕੁਲੀਨ ਵਰਗ ਦੀ ਰਾਜਸੀ ਭੂਮਿਕਾ ਨੂੰ ਸਮਝਣ ਵਿੱਚ ਬੇਹੱਦ ਸਹਾਈ ਹੁੰਦੀ ਹੈ। ਰਿਪੋਰਟ ਮੁਤਾਬਿਕ ਬੰਗਾਲੀ ਭੱਦਰਲੋਕ ਵਿੱਚ ਵੱਡੀ ਭਾਰੀ ਗਿਣਤੀ 3 ਪ੍ਰਮੁੱਖ ਹਿੰਦੂ ਉੱਚ ਜਾਤੀਆਂ ਬ੍ਰਾਹਮਣ, ਵੈਦਿਆ ਤੇ ਕਿਆਸਥ ਦੀ ਹੈ। ਇਹ ਲੋਕ ਅਨੇਕਾਂ ਸਦੀਆਂ ਤੋਂ ਭਾਈਚਾਰੇ ਦੇ ਪ੍ਰਸ਼ਾਸਕ, ਪੁਜਾਰੀ, ਉਸਤਾਦ, ਵਕੀਲ, ਡਾਕਟਰ, ਲਿਖਾਰੀ ਤੇ ਕਲਰਕ ਰਹੇ ਹਨ। ਬੰਗਾਲ ਅੰਦਰ ਕਰਮਵਾਰ ਜੋ ਵੀ ਸਰਕਾਰ ਆਈ, ਉਸ ਨੇ ਇਹਨਾਂ ਤਿੰਨਾਂ ਵਰਗਾਂ ਵਿੱਚੋਂ ਹੀ ਆਪਣੇ ਹੇਠਲੇ ਕਰਮਚਾਰੀ ਭਰਤੀ ਕੀਤੇ। ਆਪਣੇ ਤੋਂ ਪਹਿਲੇ ਮੁਸਲਿਮ ਹਾਕਮਾਂ ਵਾਂਗ ਹੀ ਬਰਤਾਨੀਆ ਨੇ ਵੀ ਅਜਿਹਾ ਕੀਤਾ। ਇਸ ਕਰਕੇ ਇਸ ਵਰਗ ਪੜ੍ਹਾਈ ਲਿਖਾਈ ਵਿੱਚ ਹਮੇਸ਼ਾ ਮੋਹਰੀ ਰਿਹਾ, ਅਤੇ ਇੱਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਹੋਰ ਕਿਸੇ ਦੇਸ਼ ਅੰਦਰ ਮਾਤਰਾ ਤੇ ਮਹੱਤਵ ਦੇ ਲਿਹਾਜ਼ ਨਾਲ ਇਸ ਦੇ ਮੁਕਾਬਲੇ ਦੀ ਕੋਈ ਜਮਾਤ ਨਹੀਂ ਹੈ ਜਿਸ ਕੋਲ ਇਸ ਵਾਂਗੂ ਸਦੀਆਂ ਤੱਕ ਫੈਲੀ ਹੋਈ ਅੱਖਰ ਗਿਆਨ ਦੀ ਨਿਰੰਤਰ ਵਿਰਾਸਤ ਹੋਵੇ। ਸੋ ਬੰਗਾਲੀ ਭੱਦਰਲੋਕ ਦੇ ਦੋ ਅਹਿਮ ਗੁਣ ਜਾਂ ਲੱਛਣ, ਇੱਕ ਅੱਖਰ ਗਿਆਨ ਦੀ ਲੰਮੀ ਵਿਰਾਸਤ ਤੇ ਦੂਜਾ ਆਪਣੇ ਆਪ ਨੂੰ ਵੇਲੇ ਦੇ ਰਾਜ ਸ਼ਕਤੀ ਦੇ ਅਨੁਕੂਲ ਢਾਲ ਲੈਣ ਦੀ ਯੋਗਤਾ। ਇਸ ਨੂੰ ਬਸਤੀਵਾਦ ਅਧੀਨ ਬੇਹੱਦ ਰਾਸ ਆਏ। ਇਹਨਾਂ ਗੁਣਾਂ ਲੱਛਣਾਂ ਦੀ ਬਦੌਲਤ ਭੱਦਰਲੋਕ ਨੇ ਬਰਤਾਨਵੀ ਰਾਜ ਦੇ ਭਾਈਵਾਲ ਵਜੋਂ ਵੱਡਾ ਮਹੱਤਵ ਹਾਸਲ ਕਰ ਲਿਆ ਸੀ। ਇਸ ਨਾਲ ਇਸ ਅੰਦਰ ਰਾਜਸੀ ਅਸਰ, ਰਸੁਖ ਤੇ ਸਤਾ ਦੀ ਤੀਬਰ ਤਲਬ ਪੈਦਾ ਹੋ ਗਈ ਸੀ। ਭਾਰਤ ਬਾਰੇ ਬਸਤੀਵਾਦੀ ਗਿਆਨ ਦੀ ਰਚਨਾ। ਬਰਤਾਨਵੀ ਹਾਕਮਾਂ ਸਾਹਮਣੇ ਭਾਰਤ ਦੇ ਲੋਕਾਂ ਉੱਤੇ ਰਾਜ ਕਰਨ ਲਈ ਉਹਨਾਂ ਬਾਰੇ ਪ੍ਰਮਾਣਿਕ ਗਿਆਨ ਹਾਸਲ ਕਰਨ ਦੀ ਅਸਲੀ ਲੋੜ ਪੈਦਾ ਹੋ ਗਈ ਸੀ। ਭਾਰਤ ਅੰਦਰ ਈਸਟ ਇੰਡੀਆ ਕੰਪਨੀ ਦੇ ਰਾਜ ਦੀ ਸਥਾਪਨਾ ਦੇ ਨਾਲ ਹੀ ਯੂਰਪੀ ਵਿਦਵਾਨਾਂ ਵੱਲੋਂ ਭਾਰਤ ਬਾਰੇ ਗਿਆਨ ਹਾਸਲ ਕਰਨ ਦੇ ਸੁਚੇਤ ਤੇ ਸਿਰਲੇਖਬੰਦ ਯਤਨ ਸ਼ੁਰੂ ਹੋ ਗਏ ਸਨ। ਕੰਪਨੀ ਦੇ ਬੌਧਿਕ ਝੁਕਾਅ ਰੱਖਦੇ ਹੋਏ ਰਾਜ ਅਧਿਕਾਰੀਆਂ ਨੇ ਇਸ ਦਿਸ਼ਾ ਵਿੱਚ ਪਹਿਲੇ ਠੋਸ ਤੇ ਯੋਜਨਾਬੱਧ ਕਦਮ ਪੁੱਟੇ। ਭਾਰਤ ਅੰਦਰ ਬਸਤੀਵਾਦ ਦੀ ਸੇਵਾ ਨਿਭਾ ਰਹੇ ਜ਼ਿਆਦਾਤਰ ਅੰਗਰੇਜ਼ ਵਿਦਵਾਨ ਤੇ
ਪ੍ਰਸ਼ਾਸਕ ਆਪਣੀ ਟ੍ਰੇਨਿੰਗ ਸਦਕਾ ਸਾਹਿਤਕ ਰੁਝਾਨ ਰੱਖਦੇ ਸਨ। ਇਸ ਕਰਕੇ ਉਹਨਾਂ ਨੇ ਭਾਰਤੀ ਸੱਭਿਆਚਾਰ ਨੂੰ ਜਾਣਨ ਜਾਂ ਸਮਝਣ ਲਈ ਭਾਰਤੀ ਸਾਹਿਤਕ ਗ੍ਰੰਥਾਂ ਨੂੰ ਪੂੰਜੀਬੱਧ ਸਰੋਤ ਮੰਨ ਲੈਣ ਦੀ ਪਹੁੰਚ ਅਪਣਾ ਲਈ। ਉਹਨਾਂ ਨੇ ਇਹਨਾਂ ਗ੍ਰੰਥਾਂ ਦਾ ਤਰਜਮਾ ਕਰਦਿਆਂ ਇਹਨਾਂ ਨੂੰ ਪੱਛਮੀ ਪਾ ਚਾੜ੍ਹ ਦਿੱਤੀ। ਉਹਨਾਂ ਨੇ ਪੱਛਮੀ ਭਾਸ਼ਾ ਵਿਗਿਆਨ ਦੇ ਮਿਆਰਾਂ ਤੇ ਮਨੌਤਾਂ ਨੂੰ ਇਹਨਾਂ ਗ੍ਰੰਥਾਂ ਉੱਤੇ ਥੋਪ ਦਿੱਤਾ। ਵੱਖੋ ਵੱਖਰੀ ਤਰ੍ਹਾਂ ਦੇ ਭਾਰਤੀ ਸਾਹਿਤ ਨੂੰ ਸਮਕਾਲੀ ਯੂਰਪੀ ਸਾਹਿਤਕ ਮਿਆਰਾਂ ਅਨੁਸਾਰ ਪੜ੍ਹਿਆ ਗਿਆ। ਸਿੱਟਾ ਇਹ ਨਿਕਲਿਆ ਕਿ ਉਹਨਾਂ ਨੇ ਇੱਕ ਰੂਪ ਗ੍ਰੰਥ ਅਤੇ ਇੱਕ ਸਾਰ ਲਿਖਤੀ ਪਰ ਧਰਮ ਸੂਤਰ ਘੜ ਦਿੱਤੇ। ਭਾਰਤੀ ਧਾਰਮਿਕ ਪਰੰਪਰਾ ਦੇ ਮੌਖਿਕ ਤੇ ਮਕਬੂਲ ਪੱਖਾਂ ਨੂੰ ਮਹੱਤਵਹੀਣ ਬਣਾ ਦਿੱਤਾ ਗਿਆ। ਇਸ ਤਰੀਕੇ ਨਾਲ ਪੱਛਮੀ ਵਿਦਵਾਨਾਂ ਨੇ ਹਿੰਦੂ ਧਰਮ ਨੂੰ ਪਾਠਗਤ ਕਰ ਦਿੱਤਾ। ਸੰਸਕ੍ਰਿਤ ਪ੍ਰਧਾਨੀ ਧਰਮ ਸ਼ਾਸਤਰਾਂ ਨੂੰ ਹਿੰਦੂ ਧਰਮ ਦਾ ਪ੍ਰਮਾਣਿਕ ਸੋਮਾ ਤੇ ਆਧਾਰ ਮੰਨ ਲਿਆ ਗਿਆ। ਵੈਦਿਕ ਤੇ ਬ੍ਰਾਹਮਣਵਾਦੀ ਗ੍ਰੰਥਾਂ ਤੇ ਅਮਲਾਂ ਨੂੰ ਹਿੰਦੂ ਧਰਮ ਦਾ ਕੇਂਦਰੀ ਤੱਤ ਤਸਵਰ ਕਰ ਲਿਆ। ਬਸਤੀਵਾਦੀ ਹਾਕਮਾਂ ਤੇ ਪੱਛਮੀ ਵਿਦਵਾਨਾਂ ਨੇ ਇਹ ਗਲਤ ਮਨੌਤ ਬਣਾ ਲਈ ਕਿ ਭਾਰਤ ਦੇ ਸਾਰੇ ਮੂਲ ਬਾਸ਼ਿੰਦੇ ਬ੍ਰਾਹਮਣ ਹੋਣ ਦਾ ਜਾਂ ਅਛੂਤ ਬੋਧੀ ਜੈਨੀ ਪਾਰਸੀ ਹੋਣ ਜਾਂ ਸਿੱਖ ਤੇ ਜਾਂ ਆਦੀਵਾਸੀ ਕਬੀਲੇ ਸਾਰੇ ਬ੍ਰਾਹਮਣਵਾਦੀ ਧਰਮ ਗ੍ਰੰਥਾਂ ਵਿੱਚ ਬਰਾਬਰ ਨਿਸ਼ਠਾ ਰੱਖਦੇ ਸਨ। ਇਹ ਮਨੌਤ ਭਾਰਤ ਬਾਰੇ ਬਸਤੀਵਾਦੀ ਇਲਮ ਦੀ ਬੁਨਿਆਦ ਬਣੀ। ਜਾਇਜ਼ਾ ਤੌਰ ਤੇ ਹਿੰਦੂਵਾਦੀ ਦੀ ਇਹ ਬਸਤੀਵਾਦੀ ਘਾੜਤ ਬਹੁਬਦਵਾਦੀ ਨਹੀਂ ਸੀ, ਇੱਕਵਾਦੀ ਸੀ। ਇਸ ਕਰਕੇ ਇਹ ਭਾਰਤ ਦੇ ਸੱਭਿਆਚਾਰਕ ਵੰਨ ਸੁਵੰਨਤਾ ਨੂੰ ਸੰਭਾਲਣ ਤੇ ਪ੍ਰਫੁੱਲਤ ਕਰਨ ਦੀ ਥਾਵੇਂ ਇਸ ਨੂੰ ਘਾੜ ਪਹੁੰਚਾਉਣ ਵੱਲ ਸੇਧਿਤ ਸੀ। ਬਸਤੀਵਾਦੀ ਪ੍ਰਵਚਨ ਅੰਦਰ ਇੰਡੀਆ ਤੇ ਹਿੰਦੂ ਸਮਰਥੀ ਬਣ ਗਏ। ਭਾਰਤੀ ਸੱਭਿਅਤਾ, ਭਾਰਤੀ ਸੰਸਕ੍ਰਿਤੀ, ਭਾਰਤੀ ਧਾਰਮਿਕ ਪਰੰਪਰਾਵਾਂ ਆਦਿ ਇਸਤਲਾਹਾਂ ਹਿੰਦੂ ਰਗਤ ਗ੍ਰਹਿਣ ਕਰ ਗਈਆਂ। ਸਿੱਖ ਕੌਮ ਦੀ ਤਤਕਾਲੀ ਰਾਜਸੀ ਦਸ਼ਾ। ਖਾਲਸਾ ਰਾਜ ਦੇ ਕੁਸ ਜਾਣ ਨਾਲ ਸਿੱਖ ਕੌਮ ਅੰਦਰ ਦਿਲਗੀਰੀ ਆ ਗਈ ਸੀ। ਸਿੱਖ ਰਾਜ ਮੁੜ ਸਥਾਪਿਤ ਕਰਨ ਦੀਆਂ ਟੁੱਟਵੀਆਂ ਖਿੰਡਵੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਣ ਉਪਰੰਤ ਸਿੱਖਾਂ ਦੇ ਹੌਸਲੇ ਪਸਤ ਹੋ ਗਏ ਸਨ। ਇਸ ਦਿਲਗਿਰੀ ਦੀ ਮਨੋ ਅਵਸਥਾ ਵਿੱਚ ਸਿੱਖ ਸਮਾਜ ਦੇ ਰਈਸ ਵਰਗ ਅੰਦਰ ਅੰਗਰੇਜ਼ਾਂ ਹਾਕਮਾਂ ਨਾਲ ਸੁਲਹ ਸਫਾਈ ਦਾ ਵਤੀਰਾ ਧਾਰਨ ਕਰਨ ਦੀ ਸੋਚ ਤੇ ਪ੍ਰਵਿਰਤੀ ਜੋੜ ਫੜ ਗਈ ਸੀ। ਹੋਰਨਾਂ ਧਾਰਮਿਕ ਭਾਈਚਾਰਿਆਂ ਦੇ ਰਈਸ ਵਰਗਾਂ ਵਾਂਗੂ ਸਿੱਖ ਰਈਸਾਂ ਨੇ ਵੀ ਕੌਮ ਨੂੰ ਅਧੋਗਤੀ ਤੋਂ ਬਚਾਉਣ ਦੇ ਉਦੇਸ਼ ਦੇ ਦਲੀਲ ਨਾਲ ਬਸਤੀਵਾਦੀ ਰਾਜ ਨਾਲ ਟਕਰਾਅ ਦੀ ਬਜਾਏ ਮਿਲ ਵਰਤਣ ਦੀ ਸੁਚੇਤ ਨੀਤੀ ਧਾਰਨ ਕਰ ਲਈ ਸੀ। ਅੰਗਰੇਜ਼ ਹਾਕਮਾਂ ਨੂੰ ਵੀ ਆਪਣੇ ਬਸਤੀਵਾਦੀ ਰਾਜ ਦੀ ਸੁਰੱਖਿਆ ਲਈ ਸਿੱਖਾਂ ਦੇ ਮਿਲ ਵਰਤਣ ਦੀ ਭਾਰੀ ਲੋੜ ਸੀ। ਇਸ ਕਰਕੇ ਉਹਨਾਂ ਨੇ ਸਿੱਖਾਂ ਦੇ ਕੌਮ ਦੀ ਕੁਲੀਨ ਵਰਗਾਂ ਨੂੰ ਆਪਣੀ ਮਿਹਰਬਾਨੀ ਦੇ ਪਾਤਰ ਬਣਾਉਣ ਅਤੇ ਸਿੱਖ ਸਮਾਜ ਦੇ ਕੁਝ ਚੋਣਵੇਂ ਵਰਗਾਂ, ਖਾਸ ਤੌਰ ਤੇ ਜੱਟ ਕਿਸਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਇਸ ਨਾਲ ਯਕੀਨਨ ਹੀ ਹਿੰਦੂਆਂ ਤੇ ਮੁਸਲਮਾਨਾਂ ਵਾਂਗੂ ਹੀ ਸਿੱਖਾਂ ਅੰਦਰ ਵੀ ਬਸਤੀਵਾਦੀ ਰਾਜ ਦਾ ਇੱਕ ਖੈਰਖਵਾਹ ਜਾਂ ਝੋਲੀ ਚੁੱਕ ਵਰਗ ਪੈਦਾ ਹੋ ਗਿਆ ਸੀ। ਪਰ ਦੂਜੇ ਪਾਸੇ ਹੀ ਨਾਲ ਹੀ ਅੰਗਰੇਜ਼ ਹਾਕਮਾਂ ਦੀ ਮਦਦ ਤੇ ਸਰਪ੍ਰਸਤੀ ਦੇ ਫਲਸਰੂਪ ਸਿੱਖਾਂ ਦੀ ਆਰਥਿਕ ਤੇ ਵਿਦਿਅਕ ਤਰੱਕੀ ਦਾ ਰਾਹ ਖੁੱਲ੍ਹ ਗਿਆ ਸੀ। ਇਸ ਨਾਲ ਸਿੱਖਾਂ ਨੂੰ ਤਤਕਾਲੀ ਲਾਭਾਂ ਤੋਂ ਇਲਾਵਾ ਕੁਝ ਦੂਰ ਰਸ ਫਾਇਦੇ ਵੀ ਹੋਏ। ਉਹਨਾਂ ਦੀ ਆਰਥਿਕ ਹਾਲਤ ਬਿਹਤਰ ਹੋਈ ਅਤੇ ਇੱਜ਼ਤ ਮਾਣ ਵਿੱਚ ਵੀ ਵਾਧਾ ਹੋਇਆ। ਅੰਗਰੇਜ਼ਾਂ ਦੀਆਂ ਸਿੱਖਾਂ ਨਾਲ ਹੋਈਆਂ ਜੰਗਾਂ ਵਿੱਚ ਸਿੱਖ ਜਿਸ ਅਦੁੱਤੀ ਬਹਾਦਰੀ ਨਾਲ ਲੜੇ ਸਨ, ਜਿੱਤ ਜਾਣ ਦੇ ਬਾਵਜੂਦ ਅੰਗਰੇਜ਼ ਹਾਕਮਾਂ ਸਿੱਖਾਂ ਦੀ ਇਸ ਬਹਾਦਰੀ ਦੇ ਬਹੁਤ ਕਾਇਲ ਹੋਏ ਸਨ। ਉਹਨਾਂ ਨੇ ਇਸ ਬਹਾਦਰੀ ਤੇ ਆਤਮਿਕ ਸੋਮੇ ਦੀ ਪਛਾਣ ਕਰ ਲਈ ਸੀ। ਉਹ ਜਾਣ ਗਏ ਸਨ ਕਿ ਸਿੱਖਾਂ ਦੀ ਆਪਣੇ ਗੁਰੂ ਸਾਹਿਬਾਨਾਂ ਨਾਲ ਪ੍ਰੀਤ ਕਿੰਨੀ ਗੂੜ੍ਹੀ ਤੇ ਅਟੁੱਟ ਹੈ ਅਤੇ ਸਿੱਖਾਂ ਦਾ ਆਪਣੇ ਗੁਰੂ ਵਿੱਚ ਭਰੋਸਾ ਇੰਨਾ ਅਡੋਲ ਹੈ ਕਿ ਉਹ ਦੁੱਖ ਸੁੱਖ ਦੀ ਹਰ ਘੜੀ ਵਿੱਚ ਗੁਰੂ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਨ। ਇਸ ਨਾਲ ਉਹਨਾਂ ਅੰਦਰ ਮੁਸੀਬਤਾਂ ਦਾ ਖਿੜੇ ਮੱਥੇ ਟਾਕਰਾ ਕਰਨ ਦੀ ਆਤਮਿਕ ਸ਼ਕਤੀ ਪੈਦਾ ਹੋ ਜਾਂਦੀ ਹੈ। ਸਿੱਖ ਜਦੋਂ ਇਸ ਸਪਿਰਿਟ ਨਾਲ ਜੰਗ ਦੇ ਮੈਦਾਨ ਵਿੱਚ ਨਿੱਤਰਦੇ ਹਨ ਤਾਂ ਉਹਨਾਂ ਅੰਦਰ ਜੂਝ ਮਰਨ ਦਾ ਅਗੰਮੀ ਚਾਹ ਤੇ ਜੋਸ਼ ਉਮਰ ਪੈਂਦਾ ਹੈ।
ਇਸ ਸਮਝ ਦੇ ਅਧੀਨ ਅੰਗਰੇਜ਼ਾਂ ਨੇ ਫੌਜ ਅੰਦਰ ਜਿੱਥੇ ਸਿੱਖਾਂ ਦੇ ਮਨਾਂ ਅੰਦਰ ਰਾਜ ਪ੍ਰਤੀ ਵਫ਼ਾਦਾਰੀ ਦਾ ਜਜ਼ਬਾ ਭਰਨ ਦੇ ਪੁਰਜ਼ੋਰ ਯਤਨ ਕੀਤੇ, ਉੱਥੇ ਨਾਲ ਹੀ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਤੇ ਜਜ਼ਬਾਤਾਂ ਨੂੰ ਦ੍ਰਿੜ ਕਰਨ ਵੱਲ ਉਚੇਚਾ ਧਿਆਨ ਦਿੱਤਾ। ਇਸ ਮੰਤਵ ਵਾਸਤੇ ਉਹਨਾਂ ਨੇ ਫੌਜ ਅੰਦਰ ਸਿੱਖਾਂ ਵਾਸਤੇ ਗੁਰਮਤਿ ਮਰਿਆਦਾ ਦੇ ਧਾਰਨੀ ਹੋਣਾ ਜ਼ਰੂਰੀ ਕਰ ਦਿੱਤਾ। ਅੰਗਰੇਜ਼ਾਂ ਵੱਲੋਂ ਆਪਣੀ ਸਵਾਰਥ ਪ੍ਰਤੀ ਦੇ ਮੰਤਵ ਨਾਲ ਚੁੱਕਿਆ ਗਿਆ ਕਦਮ ਅੰਤਿਮ ਨਿਰਣੇ ਦੇ ਤੌਰ ਤੇ ਸਿੱਖ ਧਰਮ ਦੇ ਵਿਕਾਸ ਵਿੱਚ ਬੇਹੱਦ ਸਹਾਈ ਸਾਬਤ ਹੋਇਆ। ਜਿਵੇਂ ਕਿ ਪਿੱਛੇ ਇਸ ਨੁਕਤੇ ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਦੇ ਹਰੇਕ ਵਰਗ ਅੰਦਰ ਆਈ ਰਾਜਸੀ ਜਾਗਰਤੀ ਦਾ ਖਾਸਾ ਅਲੱਗ-ਅਲੱਗ ਸੀ। ਸਿੱਖਾਂ ਅੰਦਰ ਆਈ ਜਾਗਰਤੀ ਦੀ ਤਾਸੀਰ ਤੇ ਨੁਹਾਰ ਹੋਰਨਾਂ ਵਰਗਾਂ ਵਿੱਚ ਵਿਸ਼ੇਸ਼ ਕਰਕੇ ਹਿੰਦੂਆਂ ਨਾਲੋਂ ਬਹੁਤ ਭਿੰਨ ਸੀ। ਭਾਵੇਂ ਕਿ ਹਿੰਦੂਆਂ ਵਾਂਗੂ ਸਿੱਖਾਂ ਦੀ ਰਾਜਸੀ ਜਾਗਰਤੀ ਦਾ ਸੋਮਾ ਵੀ ਧਰਮ ਹੀ ਬਣਿਆ, ਪਰ ਹਿੰਦੂਆਂ ਤੇ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਹੋਣ ਕਰਕੇ ਸਿੱਖਾਂ ਦੀ ਰਾਜਸੀ ਜਾਗਰਤੀ ਦਾ ਖਾਸਾ ਹਿੰਦੂਆਂ ਨਾਲੋਂ ਬਹੁਤ ਵੱਖਰਾ ਸੀ। ਹਿੰਦੂ ਧਰਮ ਅੰਦਰ ਧਰਮ ਦੇ ਬੁਨਿਆਦੀ ਅੰਸ਼ ਪਰਉਪਕਾਰ ਦੀ ਭਾਵਨਾ ਦੀ ਬੁਨਿਆਦ ਬਹੁਤ ਕੱਚੀ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਹਿੰਦੂ ਸਮਾਜ ਅੰਦਰ ਜਾਤ ਪਾਤ ਦਾ ਕੋੜ ਪੈਦਾ ਤੇ ਪ੍ਰਫੁੱਲਤ ਨਹੀਂ ਹੋ ਸਕਦਾ ਸੀ। ਇੱਕ ਹਜ਼ਾਰਾਂ ਸਾਲਾਂ ਤੱਕ ਕਾਇਮ ਨਹੀਂ ਰਹਿ ਸਕਦਾ ਸੀ। ਇਸ ਕਰਕੇ ਹਿੰਦੂ ਰਾਜਨੀਤੀ ਅੰਦਰ ਸੁਆਰਥ ਦਾ ਅੰਸ਼ ਭਾਰੂ ਹੈਸੀਅਤ ਰੱਖਦਾ ਹੈ। ਸੱਤਾ ਲਈ ਸੰਘਰਸ਼ ਬ੍ਰਾਹਮਣਵਾਦ ਦਾ ਕੇਂਦਰੀ ਤੱਤ ਹੈ। ਇਸ ਦੀ ਤੁਲਨਾ ਵਿੱਚ ਪਰਉਪਕਾਰ ਦੀ ਭਾਵਨਾ ਸਿੱਖ ਧਰਮ ਦਾ ਅਤੀ ਜ਼ਰੂਰੀ ਅੰਸ਼ ਹੈ। ਸਿੱਖ ਧਰਮ ਨੂੰ ਇਸ ਤੋਂ ਬਿਨਾਂ ਚਿਤਰਿਆ ਵੀ ਨਹੀਂ ਜਾ ਸਕਦਾ। ਸਿੱਖ ਧਰਮ ਦੇ ਇਸ ਗੁਣ ਤੱਤ ਕਰਕੇ ਹੀ ਬਸਤੀਵਾਦੀ ਵਿਰੋਧ ਸੰਘਰਸ਼ ਦੌਰਾਨ ਸਿੱਖਾਂ ਨੇ ਭਾਰਤੀ ਵੰਸ਼ੋਂ ਅੰਦਰ ਆਪਣੀ ਸੰਖਿਆ ਦੇ ਅਨੁਪਾਤ ਨਾਲੋਂ ਕਈ ਗੁਣਾ ਵੱਧ ਕੁਰਬਾਨੀਆਂ ਕੀਤੀਆਂ ਹਨ। ਗਦਰ ਲਹਿਰ ਅੰਦਰ ਸਿੱਖਾਂ ਦਾ ਇਹੀ ਗੁਣ ਤੱਤ ਸੰਘਣੇ ਤੇ ਲਿਸ਼ਕਵੇਂ ਰੂਪ ਵਿੱਚ ਪ੍ਰਗਟ ਹੋਇਆ। 19ਵੀਂ ਸਦੀ ਦੇ ਆਖਰੀ ਦਹਾਕਿਆਂ ਅੰਦਰ ਜਦੋਂ ਹਿੰਦੂ ਸਵਰਨ ਵਰਗ ਸਨਾਤਨੀ ਧਰਮ ਦੇ ਪੁਰਾਤਨ ਚੜ੍ਹਤਲ ਬਹਾਲ ਕਰਨ ਦੇ ਮੰਤਵ ਨਾਲ ਵੈਦਿਕ ਸਾਵਣਵਾਦ ਦਾ ਜਜ਼ਬਾ ਭੜਕਾ ਰਹੇ ਅਤੇ ਇਸ ਆਧਾਰ ਉੱਤੇ ਹਿੰਦੂ ਪ੍ਰਧਾਨੀ ਰਾਸ਼ਟਰਵਾਦ ਦੀ ਤੰਗ ਨਜ਼ਰ ਵਿਚਾਰਧਾਰਾ ਜਥੇਬੰਦੀ ਤੇ ਲਹਿਰ ਖੜੀ ਕਰਨ ਦੇ ਪੁਰਜ਼ੋਰ ਯਤਨ ਕਰ ਰਹੇ ਸਨ, ਤਾਂ ਪੜ੍ਹੇ ਲਿਖੇ ਤੇ ਰੋਸ਼ਨ ਦਿਮਾਗ ਸਿੱਖ ਹਲਕਿਆਂ ਅੰਦਰ ਇਸ ਹਿੰਦੂ ਸਾਵਣਵਾਦੀ ਹਮਲੇ ਤੇ ਖਤਰੇ ਦੇ ਨਾਲ ਹੀ ਪੱਛਮ ਦੇ ਪਦਾਰਥਵਾਦੀ ਸੱਭਿਅਤਾ ਦੇ ਮਾਰੂ ਅਸਰਾਂ ਤੇ ਸਿੱਖ ਧਰਮ ਦੇ ਮੌਲਿਕ ਤੱਤ ਤੇ ਸ਼ੁੱਧਤਾ ਨੂੰ ਬਚਾਉਣ ਦਾ ਤਿੱਖਾ ਸਰੋਕਾਰ ਪੈਦਾ ਹੋਇਆ। ਇਸ ਵਿੱਚੋਂ ਸਿੱਖ ਸਿੰਘ ਸਭਾ ਲਹਿਰ ਦਾ ਸਰੂਪ ਉਭਰਿਆ, ਜਿਸ ਨੇ ਸਿੱਖਾਂ ਅੰਦਰ ਧਰਮ ਪ੍ਰਚਾਰ ਤੇ ਵਿੱਦਿਆ ਦਾ ਪਸਾਰਾ ਕਰਨ ਦਾ ਕਾਰਜ ਆਰੰਭਿਆ। ਇਤਿਹਾਸਕ ਲਿਖਤਾਂ ਵਿੱਚੋਂ ਦਿੱਤੇ ਹੇਠਲੇ ਕੁਝ ਕੁ ਹਵਾਲੇ ਸਿੱਖ ਸਮਾਜ ਅੰਦਰ ਆਏ ਧਾਰਮਿਕ ਤੇ ਰਾਜਸੀ ਬਦਲਾਅ ਦੀ ਹਕੀਕਤ ਬਿਆਨ ਕਰਦੇ ਹਨ। ਉਹਨਾਂ ਅਨੁਸਾਰ ਸਿੰਘ ਸਭਾ ਲਹਿਰ ਕਾਰਨ ਸਿੱਖ ਉન્નਤੀ ਵੱਲ ਵਧ ਰਹੇ ਸਨ। ਇਸ ਸਮੇਂ ਸਿੱਖਾਂ ਦੀ ਸਰਗਰਮੀ ਧਰਮ ਪ੍ਰਚਾਰ ਤੇ ਵਿੱਦਿਆ ਵੱਲ ਵਧੇਰੇ ਸੀ। ਸਰਕਾਰ ਨਾਲ ਚੰਗਾ ਮਿਲਵਰਤਨ ਸੀ। ਫੌਜਾਂ ਵਿੱਚ ਵੀ ਸਿੱਖਾਂ ਦੀ ਚੰਗੀ ਪੋਜੀਸ਼ਨ ਸੀ। 15 ਨੰਬਰ ਸਿੱਖ ਪਲਟਨ ਦਾ ਕੀਰਤਨੀ ਜੱਥਾ ਹੁੰਦਾ ਸੀ, ਜੋ ਸੱਦੇ ਅਨੁਸਾਰ ਸਿੱਖ ਭਰਾਵਾਂ ਦੇ ਸਾਲਾਨਾ ਦੀਵਾਨ ਪਰ ਪਹੁੰਚਦਾ ਤੇ ਕੀਰਤਨ ਕਰਦਾ ਸੀ। ਇਹ ਜੱਥਾ ਪਲਟਨ ਦੇ ਬਕਾਇਦਾ ਫੌਜੀ ਸਿਪਾਹੀਆਂ ਦਾ ਸੀ ਤੇ ਫੌਜੀ ਅਫਸਰਾਂ ਦੀ ਉਸ ਵੇਲੇ ਦੀ ਨੀਤੀ ਅਨੁਸਾਰ ਹੀ ਧਰਮ ਪ੍ਰਚਾਰ ਵਿੱਚ ਹਿੱਸਾ ਲੈਂਦਾ ਸੀ। ਫੌਜਾਂ ਵਿੱਚ ਹਰ ਇੱਕ ਸਿੱਖ ਦੀ ਅੰਮ੍ਰਿਤ ਛਕਣਾ ਰਹਿਤ ਰੱਖਣੀ ਜ਼ਰੂਰੀ ਸੀ ਤੇ ਫੌਜੀ ਸਿੱਖ ਰੰਗਰੂਟਾਂ ਨੂੰ ਗੁਰਸਿੱਖੀ ਪੜ੍ਹਾਈ ਜਾਂਦੀ ਸੀ। ਸਿੰਘ ਸਭਾ ਲਹਿਰ ਦੇ ਅਸਰ ਨਾਲ ਸਿੱਖਾਂ ਵਿੱਚ ਕਾਫੀ ਜਾਗਰਤਾ ਆ ਚੁੱਕੀ ਸੀ। ਵਿੱਦਿਆ ਦਾ ਪ੍ਰਚਾਰ ਤੇਜ਼ ਹੋ ਗਿਆ ਸੀ। ਗੁਰਦੁਆਰਿਆਂ ਵਿੱਚ ਸਤਸੰਗ ਹੋਣ ਲੱਗ ਪਏ ਸਨ ਤੇ ਸਿੰਘਾਂ ਵਿੱਚ ਗੁਰਮਤਿ ਪ੍ਰਚਾਰ ਲਈ ਨਵਾਂ ਉਤਸ਼ਾਹ ਪੈਦਾ ਹੋ ਗਿਆ ਸੀ। ਇਸ ਤੋਂ ਉਪਰੰਤ ਸਿੱਖ ਕੌਮ ਵਿੱਚ ਇੱਕ ਸੰਤ ਸ਼੍ਰੇਣੀ ਪੈਦਾ ਹੋਈ, ਜਿਸ ਦੇ ਮੋਢੀ ਸ਼੍ਰੀਮਾਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ, ਸੰਤ ਅਤਰ ਸਿੰਘ ਜੀ ਮਸਤੂਆਣਾ, ਸੰਤ ਮੱਘਰ ਸਿੰਘ ਜੀ ਰਾਮਗੜ੍ਹ ਲੁਧਿਆਣਾ, ਸੰਤ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ, ਸੰਤ ਹੀਰਾ ਦਾਸ ਜੀ ਚਿੱਟੀ, ਸੰਤ ਗੁਲਾਬ ਸਿੰਘ ਜੀ ਘੋਲੀਆ ਫਿਰੋਜ਼ਪੁਰ, ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਰਾਮਪੁਰਾ ਪਟਿਆਲਾ, ਸੰਤ ਬਿਸ਼ਨ ਸਿੰਘ ਜੀ ਕਾਜਲਾ ਆਦਿਕ ਮਹਾਤਮਾ ਹੋਏ ਸਨ। ਇਹਨਾਂ ਮਹਾਂਪੁਰਸ਼ਾਂ ਨੇ ਸਿੱਖੀ ਪ੍ਰਚਾਰ ਦੀ ਇੱਕ ਜ਼ਬਰਦਸਤ ਲਹਿਰ ਪੈਦਾ ਕਰ ਦਿੱਤੀ, ਜਿਸ ਤੋਂ ਪ੍ਰਭਾਵਿਤ ਹੋ ਕੇ ਸਿੱਖ ਕੌਮ ਦੇ ਗਲਫਲਤ ਦੀ ਨੀਂਦਰ ਤੋਂ ਪਾਸਾ ਪਰਤਿਆ। ਸਿੱਖਾਂ ਨੂੰ ਧਰਮ ਤੇ ਧਰਮ ਮੰਦਰਾਂ ਦਾ ਸੁਧਾਰ ਕਰਨ ਦੀ ਸੋਝੀ ਆਈ।
जितने संत होए हन वो सब फौजां विचों आए सन। इस करके सिख राज खुसन करके कौम विच जो मुरदियान छा गई सी ਉਹ ਖਤਮ ਹੋ ਗਈ ਅਤੇ ਸਿੱਖਾਂ ਨੇ ਨਵੇਂ ਸਿਰੇ ਜਦੋਂ ਜਥੇਬੰਦ ਹੋਣਾ ਸ਼ੁਰੂ ਕਰ ਦਿੱਤਾ। ਨਵੀਆਂ ਚਲੀਆਂ ਲਹਿਰਾਂ ਫੌਜਾਂ 'ਚੋਂ ਆਏ ਸਿੱਖਾਂ ਦੇ ਸਿੱਖੀ ਪਿਆਰ ਅਤੇ ਸੰਤ ਸ਼੍ਰੇਣੀ ਦੇ ਪ੍ਰਚਾਰ ਨੇ ਐਸਾ ਜਜ਼ਬਾ ਪੈਦਾ ਕਰ ਦਿੱਤਾ ਜਿਸ ਵਿੱਚੋਂ ਅਕਾਲੀ ਲਹਿਰ ਵਰਗੀ ਜ਼ਬਰਦਸਤ ਲਹਿਰ ਪੈਦਾ ਹੋਈ। ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਡੈਲਜੀਨ ਇਵਟਸਨ ਨੇ 30 ਅਪ੍ਰੈਲ 1907 ਨੂੰ ਵਾਇਸਰਾਏ ਤੇ ਗਵਰਨਰ ਜਨਰਲ ਆਫ ਇੰਡੀਆ ਨੂੰ ਭੇਜੇ ਲਿਖਤੀ ਨੋਟ ਵਿੱਚ ਪੰਜਾਬ ਦੀ ਤਤਕਾਲੀ ਰਾਜਸੀ ਹਾਲਤ ਬਾਰੇ ਆਪਣਾ ਜਾਇਜ਼ਾ ਇਸ ਤਰ੍ਹਾਂ ਪੇਸ਼ ਕੀਤਾ ਸੀ। ਮੇਰੇ ਖਿਆਲ ਵਿੱਚ ਪੰਜਾਬ ਦੀ ਅਜੋਕੀ ਹਾਲਤ ਪੁੱਜ ਕੇ ਗੰਭੀਰ ਤੇ ਨਿਯਮਤ ਖਤਰਨਾਕ ਹੈ ਅਤੇ ਇਸ ਦਾ ਤੁਰੰਤ ਉਪਾਅ ਕੀਤਾ ਜਾਣਾ ਚਾਹੀਦਾ ਹੈ। ਆਪਣੀ ਰਿਪੋਰਟ ਦੇ ਪੈਰਾ ਨੰਬਰ 22 ਵਿੱਚ ਉਸਨੇ ਪੰਜਾਬੀਆਂ ਤੇ ਬੰਗਾਲੀਆਂ ਦੀ ਆਪਸ ਵਿੱਚ ਤੁਲਨਾ ਕਰਦੇ ਲਿਖਿਆ ਸੀ। ਉਹਨੇ ਲਿਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੰਗਾਲੀ ਬੰਦੇ ਦੀ ਤੁਲਨਾ ਵਿੱਚ ਪੰਜਾਬੀ ਬੰਦਾ ਘੱਟ ਆਪੋ ਵਾਰਾ ਹਿਸਟਰੀਕਲ ਹੁੰਦਾ ਹੈ, ਪਰ ਉਹ ਪੂਰਵ ਦੇ ਵਿਕਾਰਾਂ ਤੋਂ ਮੁਕਤ ਨਹੀਂ ਹੈ। ਉਸ ਨੂੰ ਉਕਸਾਉਣਾ ਸ਼ਾਇਦ ਔਖਾ ਹੈ, ਪਰ ਉਹ ਜਜ਼ਬਾਤੀ ਹੈ ਤੇ ਜਦੋਂ ਇੱਕ ਵਾਰ ਉਤੇਜਿਤ ਹੋ ਜਾਵੇ ਤਾਂ ਪਬੂਕਾ ਬਣ ਜਾਂਦਾ ਹੈ। ਸਿੱਖਾਂ ਦੇ ਮਾਮਲੇ ਵਿੱਚ ਖਤਰਾ ਖਾਸ ਕਰਕੇ ਜ਼ਿਆਦਾ ਹੈ। ਅਜੇ 60 ਸਾਲ ਹੀ ਹੋਏ ਹਨ ਜਦੋਂ ਪੰਜਾਬ ਉੱਤੇ ਰਾਜ ਕਰਦੇ ਸਨ। ਉਹ ਸਾਡੀ ਦੇਸੀ ਫੌਜ ਦੀ ਭਾਰਤੀ ਦਾ ਵੱਡਾ ਤੇ ਮਹੱਤਵਪੂਰਨ ਸੋਮਾ ਹਨ ਅਤੇ ਉਹਨਾਂ ਅੰਦਰ ਹੁਣੇ ਜਿਹੇ ਧਾਰਮਿਕ ਲਹਿਰ ਨੇ ਤਕੜਾ ਵਿਕਾਸ ਕੀਤਾ ਹੈ, ਜਿਸ ਨਾਲ ਉਹਨਾਂ ਅੰਦਰ ਭਾਈਚਾਰਕ ਇਕਮੁੱਠਤਾ ਤੇ ਗੌਰਵ ਦੀ ਰੁਚੀ ਪ੍ਰਫੁੱਲਤ ਹੁੰਦੀ ਹੈ। ਇਹ ਗੱਲ ਉਹਨਾਂ ਨੂੰ ਚੰਗੇ ਜਾਂ ਮਾੜੇ ਲਈ ਹੋਰ ਜ਼ਿਆਦਾ ਤਾਕਤਵਰ ਕਰਦੀ ਹੈ ਅਤੇ ਜੇਕਰ ਪੰਜਾਬ ਦੇ ਜੱਟ ਕਿਸਾਨ ਦੀ ਬਰਤਾਨਵੀ ਰਾਜ ਪ੍ਰਤੀ ਵਫਾਦਾਰੀ ਤਿੜਕ ਗਈ ਤਾਂ ਇਸ ਨਾਲ ਬੰਗਾਲ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਖਤਰੇ ਨਾਲੋਂ ਕਿਤੇ ਵੱਧ ਸੰਗੀਨ ਹਾਲਤ ਪੈਦਾ ਹੋ ਜਾਣਗੇ। ਅੰਗਰੇਜ਼ ਉੱਚ ਅਧਿਕਾਰੀ ਦੀ ਉਪਰੋਕਤ ਟਿੱਪਣੀ ਤੋਂ ਸਾਫ਼ ਪਤਾ ਚੱਲਦਾ ਹੈ ਕਿ 20ਵੀਂ ਸਦੀ ਦੇ ਪਹਿਲੇ ਦਹਾਕੇ ਅੰਦਰ ਬਸਤੀਵਾਦੀ ਹਾਕਮਾਂ ਪੰਜਾਬ ਅੰਦਰ ਪੈਦਾ ਹੋ ਰਹੀ ਹਾਲਤ ਨੂੰ ਬੰਗਾਲ ਨਾਲੋਂ ਵੀ ਵੱਧ ਗੰਭੀਰ ਤੇ ਖਤਰਨਾਕ ਸਮਝਦੇ ਸਨ। ਬਿਰਤਾਂਤ ਅੰਦਰ ਪੰਜਾਬ ਦੇ ਤਤਕਾਲੀ ਰਾਜਸੀ ਵਾਤਾਵਰਣ ਦਾ ਜ਼ਿਕਰ ਮੁੱਖ ਤੌਰ ਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਹਵਾਲੇ ਨਾਲ ਹੀ ਕੀਤਾ ਗਿਆ ਹੈ। ਇਸ ਲਹਿਰ ਦੇ ਦੋ ਆਗੂਆਂ ਲਾਲਾ ਲਾਜਪਤ ਰਾਏ ਤੇ ਸਰਦਾਰ ਅਜੀਤ ਸਿੰਘ ਨੂੰ ਕੌਮੀ ਹੀਰੋਆਂ ਵਜੋਂ ਉਭਾਰਿਆ ਗਿਆ। ਸੱਚਾਈ ਇਹ ਹੈ ਕਿ ਪਗੜੀ ਸੰਭਾਲ ਜੱਟਾ ਲਹਿਰ ਮੁੱਖ ਰੂਪ ਵਿੱਚ ਕਿਸਾਨੀ ਦੀ ਆਰਥਿਕ ਲਹਿਰ ਸੀ, ਜਿਸ ਨੇ ਪੰਜਾਬ ਦੀ ਤਤਕਾਲੀ ਰਾਜਸੀ ਹਾਲਤ ਉੱਤੇ ਸੀਮਤ ਅਸਰ ਹੀ ਪਾਇਆ ਸੀ। ਉਕਤ ਨੋਟ ਤੋਂ ਸਾਫ਼ ਪ੍ਰਗਟ ਹੋ ਜਾਂਦਾ ਹੈ ਕਿ ਬਰਤਾਨਵੀ ਹਾਕਮ ਸਿੱਖ ਕੌਮ ਅੰਦਰ ਫੈਲ ਰਹੀ ਧਾਰਮਿਕ ਤੇ ਰਾਜਸੀ ਚੇਤਨਾ ਨੂੰ ਕਿਸਾਨੀ ਦੀ ਆਰਥਿਕ ਬੇਚੈਨੀ ਨਾਲ ਕਿਤੇ ਵੱਧ ਗੰਭੀਰ ਤੇ ਖਤਰਨਾਕ ਸਮਝਦੇ ਸਨ। ਮਹਿਜ 7 ਸਾਲਾਂ ਬਾਅਦ ਗਦਰ ਲਹਿਰ ਦੇ ਉਭਾਰ ਤੇ ਬਰਤਾਨਵੀ ਅਧਿਕਾਰੀਆਂ ਦੇ ਉਪਰੋਕਤ ਜਾਇਜ਼ੇ ਨੂੰ ਸੱਚ ਸਾਬਿਤ ਕਰ ਦਿੱਤਾ ਸੀ। ਕਈ ਗਦਰੀ ਸੰਗਰਾਮੀਆਂ ਨੇ ਦੱਸਿਆ ਕਿ ਸੁਰਸਮੰਗਤੀ ਨਾਲ ਜਿਉਣ ਤੇ ਮਰਨ ਲਈ ਭਾਈ ਵੀਰ ਸਿੰਘ ਦੇ ਨਾਵਲਾਂ ਤੇ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਤੋਂ ਪ੍ਰੇਰਿਤ ਹੋਏ ਸਨ।